8 ਵਜੇ ਤੱਕ। ਇਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੀ ਲਾਈਵ ਟੈਲੀਫੋਨ ਕਾਲ ਲਿਆਂਗਾ। ਅਗਰ ਤੁਹਾਡੀ ਕੋਈ ਪ੍ਰੋਬਲਮ ਹੈ ਜਿਹੜੀ ਕਿ ਇਮੀਗ੍ਰੇਸ਼ਨ ਤੋਂ ਰਿਲੇਟਡ ਹੈ ਜਾਂ ਤੁਸੀਂ ਕਿਸੇ ਮਸਲੇ ਦਾ ਹੱਲ ਲੱਭ ਰਹੇ ਹੋ, ਤੁਸੀਂ ਇਸ ਪ੍ਰੋਗਰਾਮ ਵਿੱਚ ਫੋਨ ਕਰਕੇ ਮੇਰੇ ਤੋਂ ਲਾਈਵ ਐਡਵਾਈਸ ਲੈ ਸਕਦੇ ਹੋ। ਜਿਹੜੇ ਰੂਲਸ ਨੇ ਉਹ ਤਬਦੀਲ ਹੁੰਦੇ ਰਹਿੰਦੇ ਨੇ। ਇਸ ਵੀਕ ਇੱਕ ਬੜੀ ਖਬਰ ਹੋਈ ਹੈ ਕਿ ਇੱਕ ਬਿੱਲ ਜਿਹੜਾ ਸੀ ਉਹ ਪਾਰਲੀਮੈਂਟ ਵਿੱਚ ਪੇਸ਼ ਹੋਇਆ ਸੀ, ਉਹ ਪਾਸ ਹੋ ਗਿਆ ਹੈ। ਪਾਰਲੀਮੈਂਟ ਉਸकी ਪਾਸ ਕੀਤਾ ਤਾਂ ਇੱਥੇ ਜਿਹੜੀ ਕੁਈਨ ਹੈ, ਮਹਾਰਾਣੀ ਹੈ, ਉਸ ਤੇ ਸਾਈਨ ਵੀ ਕਰ ਦਿੱਤੇ ਹਨ 24 ਤਾਰੀਖ ਨੂੰ। ਇਹ ਹੁਣ ਇੱਕ ਨया ਇਮੀਗ੍ਰੇਸ਼ਨ ਕਾਨੂੰਨ ਬਣ ਗਿਆ ਹੈ। ਇਹ ਹੁਣ ਕਦੋਂ ਤੋਂ ਲਾਗੂ ਹੋਏਗਾ, ਇਹ ਹੁਣ ਗੌਰਮੈਂਟ ਤੱਕ ਹੈ ਕਦੋਂ ਤੋਂ ਉਸਨੂੰ ਲਾਗੂ ਕਰਨੀ ਹੈ, ਲੇਕਿਨ ਪਾਰਲੀਮੈਂਟ ਤੋਂ ਪਾਸ ਹੋ ਗਿਆ ਹੈ। ਤਾਂ ਇਸ ਵਿੱਚ ਕਾਫੀ ਸਾਰੀਆਂ ਜਿਹੜੀਆਂ ਪ੍ਰੋਬਲਮ ਖੜੀਆਂ ਹੋ ਜਾਣਗੀਆਂ ਨਏ ਰੂਲ ਵਿੱਚ। ਤਾਂ ਕਾਫੀ ਜਿਹੜੀਆਂ ਅਸੀਂ 2-3 ਬੜੀਆਂ ਗੱਲਾਂ ਨੇ, ਉਹ ਇਹ ਬੜੀਆਂ ਗੱਲਾਂ ਨੇ ਕਿ ਇਸ ਲਈ ਜਿਹੜਾ ਅਪੀਲ ਦਾ ਰਾਈਟ ਸੀ, ਇਹ ਕੋਈ ਤਕਰੀਬਨ 17 ਕੈਟਾਗਰੀਜ਼ ਵਿੱਚ ਅਪੀਲ ਦਾ ਰਾਈਟ ਸੀ, ਉਹਨੇ ਕੱਟ ਕਰਕੇ ਤੇ ਇਸਨੂੰ 4 ਕੈਟਾਗਰੀਜ਼ ਤੇ ਲੈ ਆਏ। ਇੱਕ ਤਾਂ ਇਹ ਗੱਲ ਹੋ ਗਈ। ਦੂਸਰੀ ਉਹਨੇ ਇਹ ਕਿਹਾ ਕਿ ਅਗਰ ਕੋਈ ਬੰਦਾ ਇੱਥੇ ਕੱਚਾ ਹੈ ਜਾਂ ਇੱਥੇ ਲੀਗਲ ਨਹੀਂ ਹੈ ਜਾਂ ਜਿਸ ਕੋਲ ਸਟੇ ਨਹੀਂ ਹੈ, ਉਸ ਨਾਲ ਅਗਰ ਕੋਈ ਮੈਡੀਕਲ ਟ੍ਰੀਟਮੈਂਟ ਹੋਏਗਾ ਹਸਪੀਟਲ ਵਿੱਚੋਂ ਜਾਂ ਕਿਧਰੇ ਹੋਰ ਤੋਂ, ਤਾਂ ਉਸਨੂੰ ਪੈਸੇ ਭਰਨੇ ਪੈਣਗੇ, ਸਰਕਾਰੀ ਖਰਚ ਤੇ ਨਹੀਂ ਹੋਏਗਾ। ਇੱਕ और फिर उन्हें कानून ਇਹ ਬਣਾਇਆ ਹੈ कि अगर किसी बंदे की इतने स्टे नहीं है, वो इतने बैंक अकाउंट भी नहीं रख सकेगा। इसी तरह फिर उन्हें लैंडलॉर्ड वास्ते भी कानून बनाया है। तो बहरहाल एक नया कानून बनाया, जदों लागू होएगा तुहानूं दस देंगे। देखते हैं आज पहले कॉलर कौन ने जी। हेलो जी। हेलो, हाँ जी मलक साहब जी। हाँ जी, मैं मलक साहब मैं थोड़े तो 2 क्वेश्चन पूछना चाहना जी। एक मैं इत्थे ना अपनी एप्लीकेशन पाई सी F-16 दी, पर ਉਹਦੇ ਫਾਰਮ ਉਹਨਾਂ ਨੇ ਉਹ ਪੁਰਾਣੇ ਭਰਤੇ ਸੀ, ਉਹ ਵਾਪਸ ਆ ਗਏ ਸੀ। ਫਿਰ ਸਾਨੂੰ ਹੋਮ ਆਫਿਸ ਨੇ ਇਹ ਗੱਲ ਲਿਖੀ ਸੀ ਵੀ ਸਾਨੂੰ ਇਹ ਫਾਰਮ ਦੁਬਾਰਾ FP ਭਰ ਕੇ ਭੇਜੋ। ਇਹ ਫੀਸ ਉਹਨਾਂ ਨੇ ਲੈ ਲਈ ਸੀਗੀ ਪੁਰਾਣੀਆਂ ਫੀਸਾਂ ਦੇ ਵਿੱਚ ਹੀ, ਤੇ ਉਹ ਕਹਿੰਦੇ ਸੀ ਸਾਨੂੰ ਆ ਫਾਰਮ 7 ਡੇ ਦੇ ਵਿੱਚ ਭੇਜ ਦਿਓ। ਅਸੀਂ ਉਸ ਦੁਬਾਰਾ ਫਾਰਮ ਉਹਨਾਂ ਨੂੰ 7 ਡੇ ਦੇ ਵਿੱਚ ਭੇਜਤਾ ਸੀਗਾ, ਤੇ ਬਾਕੀ ਹਜੇ ਤੱਕ ਉਹ 4 ਵੀਕਾਂ ਹੋ ਗਿਆ, ਕੋਈ 5 ਵੀਕਾਂ ਕੁਛ ਆਨਸਰ ਨਹੀਂ ਦਿੱਤਾ ਮੈਂ, ਨਾ ਕੋਈ ਫਿੰਗਰਪ੍ਰਿੰਟਸ ਮੰਗੇ ਆ। ਇਹਦੇ ਬਾਰੇ ਪੁੱਛਣਾ ਚਾਹੁੰਦਾ। ਇੱਕ ਮੇਰੇ ਫਰੈਂਡ ਨੇ ਯੂਰਪੀਅਨ ਨਾਲ ਰਜਿਸਟਰ ਕੀਤੀ ਸੀ ਮੈਰਿਜ, ਤੇ ਉਹਨਾਂ ਨੇ ਆਪਣਾ ਭੇਜਿਆ ਸੀ ਈਅਰ। ਉਹਨਾਂ ਨੂੰ ਵਰਕ ਕੰਮ ਕਰਨ ਦੀ ਪਰਮਿਸ਼ਨ ਤਾਂ ਦੇਤੀ, ਤੇ ਪਰ ਉਹਦਾ ਟਾਈਮ ਕਿੰਨਾ ਲੱਗੂਗਾ ਇਹ ਪੁੱਛਣਾ ਚਾਹੁੰਦਾ। ਕਿ ਤੁਹਾਡੀ ਕੱਲ ਦਾ ਸ਼ੁਕਰੀਆ। ਪਹਿਲੇ ਜਿਹੜੀ ਉਹ ਤੁਹਾਡੇ ਮੇਰੇ ਵਕੀਲ ਤੋਂ ਗਲਤੀ ਹੋਈ ਹੈ ਕਿ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਕਿਹੜਾ ਫਾਰਮ ਭੇਜਿਆ, ਉਹਨੇ ਗਲਤ ਫਾਰਮ ਕਰਕੇ ਭੇਜਿਆ ਹੈ। ਆਮ ਤੌਰ ਪਰ ਜਦੋਂ ਤੁਸੀਂ ਗਲਤ ਫਾਰਮ ਕੰਪਲੀਟ ਕਰਕੇ ਤਾਂ ਐਪਲੀਕੇਸ਼ਨ ਭੇਜ ਦਿਓ, ਉਹ ਫਾਰਮ ਵੀ ਵਾਪਸ ਭੇਜਦੇ ਨੇ, ਉਹ ਫੀ ਵੀ ਵਾਪਸ ਭੇਜਦੇ ਨੇ। ਤੇ ਉਸ ਤੋਂ ਬਾਅਦ ਅਗਰ ਤੁਸੀਂ ਕੋਈ ਨਿਊ ਐਪਲੀਕੇਸ਼ਨ ਕਰੋ, ਉਸ ਵਾਸਤੇ ਨਈ ਫੀ ਭਰਨੀ ਪੈਣੀ ਹੈ। ਹੁਣ ਕੋਈ ਪਤਾ ਨਹੀਂ ਤੁਸੀਂ ਨਈ ਫੀ ਭਰੀ ਹੈ ਕਿ ਨਹੀਂ ਭਰੀ ਹੈ। ਅਗਰ ਨਈ ਫੀ ਭਰੀ ਹੋਣੀ ਤਾਂ ਫਿਰ ਤੁਹਾਨੂੰ ਐਕਨੋਲਜਮੈਂਟ ਵੀ ਆ ਜਾਣੀ ਸੀ ਔਰ ਤੁਹਾਡੇ ਨਾਲ ਫਿੰਗਰਪ੍ਰਿੰਟਸ ਵੀ ਹੋ ਜਾਣੇ ਸਨ। ਤੇ ਮੇਰੇ ਖਿਆਲ ਚ ਇਹ ਨਾ ਹੋਏ ਕਿ ਇਹ ਐਪਲੀਕੇਸ਼ਨ ਵੀ ਵਾਪਸ ਆ ਜਾਏ ਕਿ ਜੀ ਸਾਨੂੰ ਫੀ ਨਹੀਂ ਲੱਭੀ। ਤਾਂ ਆਪਣੇ ਵਕੀਲ ਤੋਂ ਚੈੱਕ ਕਰ ਲਿਓ ਕਿ ਉਸਨੂੰ ਅਗਰ ਪੁਰਾਣੀ ਫੀ ਉਹਨੇ ਵਾਪਸ ਕਰ ਦਿੱਤੀ ਹੈ। ਤੇ ਜਿੱਥੇ ਤੱਕ ਯੂਰਪੀਅਨ ਮੈਰਿਜ ਨਾਲ ਤਾਲੁਕ ਹੈ, ਆਮ ਤੌਰ ਪਰ ਇਸਨੇ 6 ਮਹੀਨੇ ਤੋਂ ਜ਼ਿਆਦਾ ਲੱਗ ਜਾਣੇ, ਕਿਉਂਕਿ ਕਾਫੀ ਸਾਰੇ ਲੋਕੀ ਨੇ ਜਿਹੜੇ ਐਪਲੀਕੇਸ਼ਨ ਕਰਦੇ ਨੇ ਯੂਰਪੀਅਨ ਮੈਰਿਜ ਨਹੀਂ ਬੇਸਤੇ। ਤਾਂ ਉਸ ਜਿਹੜਾ ਪਾਰਟੀਕੂਲਰ ਡਿਪਾਰਟਮੈਂਟ ਹੈ ਉਸ ਵਿੱਚ ਕਾਫੀ ਸਾਰੇ ਕੇਸਿਸ ਪੈਂਡਿੰਗ ਨੇ, ਤੇ ਇਸ ਵਜ੍ਹਾ ਨਾਲ ਉਸ ਵਿੱਚ ਕਾਫੀ ਦੇਰ ਲੱਗਣੇ ਨੇ। ਮਿਨੀਮਮ ਤੇ 6 ਮਹੀਨੇ ਉਸ ਲੱਗ ਜਾਣੇ, ਲੇਕਿਨ ਬਾਅਦ का 6 ਮਹੀਨੇ ਤੋਂ ਵੀ ਜ਼ਿਆਦਾ ਲੱਗ ਸਕਣੇ। ਤੇ ਬਾਅਦ ਕੇਸਿਸ ਜਿੱਥੇ ਇਮੀਗ੍ਰੇਸ਼ਨ ਵਾਲੇ ਦੇਖਣ ਕਿ ਹਾਂ ਇਹ ਕੋਈ ਮੈਰਿਜ ਸਹੀ ਲੱਗ ਰਹੀ ਹੈ, ਉੱਥੇ ਉਹ ਜਦੋਂ ਐਕਨੋਲਜਮੈਂਟ ਭੇਜਣੇ ਤੇ ਤਦੋਂ ਉਹ ਕੰਮ ਦੀ ਪਰਮਿਸ਼ਨ ਵੀ ਦੇ ਦੇਣੇ ਕਿ ਜਿਹੜਾ ਬੰਦਾ ਅਪਲਾਈ ਕਰਨਾ ਹੈ ਕਿ ਮੈਨੂੰ ਇੱਥੇ ਯੂਰਪੀਅਨ ਡਿਪੈਂਡੈਂਟ ਦੇ ਤੌਰ ਪਰ ਰਹਿਣੇ ਦੀ ਪਰਮਿਸ਼ਨ ਦਿੱਤੀ ਜਾਏ। ਉਹ ਜਦੋਂ ਐਪਲੀਕੇਸ਼ਨ ਕਰਨਾ ਹੈ ਤੇ ਅਗਰ ਪੇਪਰ ਸਾਰੇ ਠੀਕ ਹੋਣ, ਉਹ ਪੇਪਰ ਦੇਖ ਕੇ ਤੇ ਐਕਨੋਲਜਮੈਂਟ ਭੇਜ ਦੇਣੇ ਤੇ ਨਾਲ ਪਰਮਿਸ਼ਨ ਕੰਮ ਨਹੀਂ ਦੇ ਦੇਣੇ। ਤੇ ਤੁਹਾਡੇ ਮਿੱਤਰ ਨੂੰ ਜਾਂ ਜਿਹੜੇ ਵੀ ਫਰੈਂਡ ਨੇ ਉਹਨਾਂ ਨੂੰ ਪਰਮਿਸ਼ਨ ਤਾਂ ਮਿਲ ਗਈ, ਹੁਣ ਉਹ ਕੰਮ ਕਰੀ ਜਾਣ ਤੇ ਇਕੱਠੇ ਰਹਿਣੇ ਨਾਲ ਜਿੰਨਾ ਵੀ ਪ੍ਰੂਫ ਹੈ ਉਹ ਇਕੱਠੇ ਰੱਖ ਜਾਣ। ਤੇ ਕੁਝ ਅਰਸੇ ਬਾਅਦ ਫਿਰ ਤਕਰੀਬਨ 6 ਮਹੀਨੇ बाद चांसेस हैं कि इन्हें केस में फैसला हो जाएगा, लेकिन 6 महीने तो साल इस लग सकता है। दूसरी गल ये भी है कि इस दौरान किसी टाइम वो मंग सकते हैं फर्दर एविडेंस एज वैल कि जी तुसी प्रूफ भेजो कि तुसी वाकई इकट्ठे रह रहे हो। इसका मतलब है ਜਿਹੜੇ बिजली बिल, गैस बिल, टेलीफोन बिल, इस तरह का कौंसल टैक्स जितने भी ਤੁਹਾਡੇ पेपर ने दोवां ने एक ही एड्रेस ਤੇ होने चाहिए। तो वो हमेशा अपने पेपर तैयार रखो कि अगर वो फ्यूचर ਤੁਹਾਡੇ ਕੋਲੋਂ ਹੋਰ पेपर मंगन तो ਤੁਹਾਡੇ ਕੋਲ हर चीज़ पहले तू तैयार हो जानी चाहिए ਤੁਹਾਡੇ फ्रेंड ਤੋਂ। तो अपने केस तुसी वकील तो चेक कर लियो कि वकील की उन्हें फी तो नहीं वापस भेज दी थी, क्योंकि आम रूटीन होम ऑफिस ने ये है कि अगर किसी ने एप्लीकेशन रिटर्न कर दें और फिर फी अपने को जमा नहीं रखने, बल्कि फी भी 2-4-10 दिन बाद वापस भेज देने। तो चांसेस ने कि शायद तारी फी भी उन्हें पहले केस वापस की है। तो दूसरे केस अगर उसने फी पे की है फिर तुम्हें एक्नॉलेजमेंट आ जाने चाहिए सी। अगर नहीं आई है तो ये कोई प्रॉब्लम है तो उसी होम ऑफिस में फोन करके पता कर लियो। इन्हें इस कालर तो पहले असी कह रहे थे जो न्यू रूल बनते हैं उन्हें एक ये रूल भी बन गया कि अगर कोई लैंडलॉर्ड है जरा किसी मकान का मालिक है, वो अगर किसी
ਇੱਥੇ ਆਪਣੀ ਪ੍ਰਾਪਰਟੀ ਦੇਗਾ ਉਸ ਦੀ ਡਿਊਟੀ ਬਣਨੀ ਹੈ ਕਿ ਉਹ ਆਪਣੇ ਟੈਨੈਂਟਸ ਦਾ ਜਿਹੜਾ ਸਟੇਟਸ ਹੈ ਉਹ ਚੈੱਕ ਕਰ ਲੈ, ਮੇਕ ਸ਼ੋਰ ਕਰ ਲੈ ਕਿ ਜਿਹੜਾ ਟੈਨੈਂਟਸ ਉਹ ਇਲੀਗਲ ਤੇ ਨਹੀਂ ਹੈ। ਅਗਰ ਟੈਨੈਂਟਸ ਇਲੀਗਲ ਹੋਏ ਤਾਂ ਉਹ ਫਿਰ ਲੈਂਡਲਾਰਡ ਨੂੰ ਚੰਗੀ ਭਲੀ ਮੁਸੀਬਤ ਪੈ ਜਾਸੀ। ਇਸੇ ਵਜ੍ਹਾ ਨਾਲ ਅਗਰ ਤੁਹਾਡੀ ਕੋਈ ਪ੍ਰਾਪਰਟੀ ਨੇ ਜਿਹੜੀਆਂ ਉਸੇ ਕਿਰਾਏ ਤੇ ਦਿੱਤੀਆਂ ਤਾਂ ਤੁਸੀਂ ਮੇਕ ਸ਼ੋਰ ਕਰ ਲਿਓ ਕਿ ਤੁਹਾਡੇ ਕੋਲ ਟੈਨੈਂਸੀ ਐਗਰੀਮੈਂਟ ਵੀ ਮੌਜੂਦ ਹੈ ਤੇ ਨਾਲ ਉਸ ਬੰਦੇ ਨੇ ਪਾਸਪੋਰਟ ਦੀ ਕਾਪੀ ਜਾਂ ਉਸਦਾ ਜਿਹੜਾ ਵੀ ਲੀਗਲ ਸਟੇਟਸ ਹੈ ਉਹ ਵੀ ਤੁਹਾਡੇ ਕੋਲ ਮੌਜੂਦ ਹੋਣਾ ਚਾਹੀਦਾ, ਕਿਉਂਕਿ ਅਗਰ ਕਦੇ ਕੋਈ ਚੈੱਕ ਕਰੇ ਤਾਂ ਤੁਸੀਂ ਇਸ ਨਾਲ ਪ੍ਰੋਡਿਊਸ ਕਰ ਸਕਦੇ ਹੋ। ਇਸ ਨਵੇਂ ਲਾਅ 'ਚ ਇੱਕ ਹੋਰ ਚੀਜ਼ ਵੀ ਉਹ ਕਰਨਾ ਚਾਹੁੰਦੇ ਕਿ ਜਿਹੜੇ ਲੋਕ ਇਲੀਗਲ ਜॉब ਕਰਨੇ इन्हें की भी थोड़ा तंग करेंगे। वो ये कहने कि अगर किसी एम्पलायर इसलिए ये सिचुएशन है कि अगर कोई एम्पलायर कोई बंदा फड़िया जाना जोड़ा कि कच्चा सी या जोड़ा लीगल नहीं सी, वो एम्पलायर नूं पहले एक चिट्ठी भेजने जिस फर्दर इन्फॉर्मेशन मंगने, उस तो बाद डिसीजन भेजने, फिर उस तो बाद उसनूं चेस करने, इस काफ़ी सारी देर लग जानी है, बाद साल दो साल लग जाने। लेकिन हुण इस प्रोसेस नूं खासा तेज़ कर रहे हैं कि अगर किसी बंदे की एप्लीकेशन अगर कोई बंदा फड़िया जाना है तो जो एम्पलायर की उसकी इमीडिएटली कोशिश करेंगे कि उसको पैसे जो 10,000 पाउंड फाइन है वो जल्दी कटाइए। तो तुसी भी कोशिश करो कि अगर तुसी इत्थे यूके च ओवरस्टे रहे हो या किसी वजह नाल इलीगल तरीके नाल रह रहे हो तो ट्राई करो कि ताड़ा जो इत्थे स्टे है वो हमेशा लीगल होना चाहिए, क्योंकि इलीगल स्टे च अपने वास्ते भी ताड़ी प्रॉब्लम है, अपने वास्ते भी ताड़ा रिस्क है। तो हुण जिथे रह रहे हो वो लैंड लास से भी रिस्क होएगा। व्यक्ति साढ़े अगले कॉलर कौन ने जी? हेलो जी। हाँ जी जी, क्या पता करना है जी? हाँ जी, सलाम अलैकुम मलिक साहब। जी वालेकुम सलाम। हाँ जी, मैं ना 1907 च आया सी। अच्छा। 14 साल बाद मैं 2012 केस करिया सी। ठीक है। साल अच्छा। फिर मार्च विच करिया सी। अच्छा। अजे तक कोई जवाब नहीं है, 2 साल हो गए। तो तुसें के केस अप्लाई कीता सी? 14 साल तो कदों अप्लाई कीता सी? 2012 ਵਿੱਚ ਮਾਰਚ ਵਿੱਚ। ਤੇ ਕੋਈ ਰਸੀਦ ਆ ਗਈ ਸੀ ਤੁਹਾਨੂੰ ਕਿ ਤੁਹਾਡਾ ਕੇਸ ਉਹਨਾਂ ਨੂੰ ਮਿਲ ਰਿਹਾ? ਹਾਂਜੀ, ਉਹ ਤਾਂ ਆ ਗਏ, ਸਾਰਾ ਕੁਝ ਫਿੰਗਰ ਵੀ ਹੋ ਗਏ ਸੀ। ਠੀਕ ਹੈ ਜੀ, ਤੁਹਾਡੀ ਕਾਲ ਦਾ ਸ਼ੁਕਰੀਆ। ਅਸਲ 'ਚ ਜਿਹੜੇ 12 ਇਅਰਸ 14 ਇਅਰਸ ਦੀ ਬੇਸ ਤੇ ਅਪਲਾਈ ਕੀਤਾ ਉਹ ਚੁੱਕੇ 9 ਜੁਲਾਈ 2012 ਤੋਂ ਰੂਲ ਸੀ ਕਿ ਅਗਰ ਕੋਈ ਆਦਮੀ ਇੱਥੇ 14 ਸਾਲ ਪੂਰੇ ਕਰ ਲੈ ਉਸ ਨੂੰ ਇੰਡੈਫਿਨਿਟ ਸਟੇ ਮਿਲ ਸਕਣਾ ਸੀ, ਲੇਕਿਨ ਉਸਦੀ ਡਿਊਟੀ ਸੀ ਕਿ ਉਹ ਪਿਛਲੇ 14 ਸਾਲ ਨਾਲ प्रूफ होने की होता है, जिस तरह को बिल्स वगैरह हो सारिया चीज़ा हो। तो अगर तुहानू 5-6 महीने हो गए तो 12 अगर उन्हें अप्लाई किया अज तक फैसला है, तुम उन्हें चिट्ठी भेज दो कि जी मेरे केस में जल्दी फैसला करो वरना मैं इसको कोर्ट ला जाना। ये जी अगर चिट्ठी भेजोगे फिर वो जल्दी फैसला कर देंगे। व्यक्ति साढ़े अगले कॉलर कौन ने जी? जी सत श्री अकाल मलिक जी। सत श्री अकाल जी। मैं तुहानू पुछना सी जिद्दां तुसीं हुण दस चुके नवे रूल्स आए हैं ते उन्हां ने अपीलां भी घटातियां आ ਤੇ ਇੱਕ 7 ਇਅਰਸ से भी ਇਹਨਾਂ ਨੂੰ ਇਫੈਕਟ ਪਏਗਾ ਕਿ ਬਾਕੀ ਰੂਲਾਂ ਵਾਸਤੇ ਹੈ? जी असली 7 इयर्स ना काफ़ी अरसे तो ਜਿਹੜਾ ਝਗੜਾ ਚੱਲ ਰਿਹਾ ਹੈ, ਕਿਉਂਕਿ 2008 ਚ ਇਹਨੇ ਜਿਹੜਾ 7 ਇਅਰਸ ਦੀ ਪਾਲਿਸੀ ਇਹ ਪਹਿਲੇ 96 ਚ ਬਣਤੀ ਸੀ, 8 ਚ ਇਹਨੇ ਖਤਮ ਕਰ ਦਿੱਤੀ ਸੀ। ਉਸ ਤੋਂ ਬਾਅਦ ਇਸकी ਕੋਰਟ ਚ ਕਰ ਕਰਕੇ ਕੇਸਿਸ ਤੇ ਫਿਰ 12 ਚ ਉਹਨੇ ਕਾਨੂੰਨ ਬਣਾ ਦਿੱਤਾ ਸੀ ਕਿ ਅਗਰ ਕੋਈ 7 ਸਾਲ ਦੀ ਬੁਨਿਆਦ ਤੇ ਇੱਥੇ ਰਹਿ ਤੇ ਉਸਨੂੰ ਸਟੇ ਮਿਲ ਜਾਣਾ ਚਾਹੀਦਾ। ਤੇ ਲੇਕਿਨ ਜਦੋਂ ਉਹਨੇ ਕਾਨੂੰਨ ਬਣਾਇਆ 2012 ਚ ਉਹਨੇ ਬੱਚੇ ਨਾਲ ਤੇ ਮੈਂਸ਼ਨ ਕਰ ਦਿੱਤਾ ਕਿ ਉਹਨੂੰ ਸਟੇ ਦੇ ਦੇਣਗੇ, ਲੇਕਿਨ ਪੈਰੈਂਟਸ ਦਾ ਮੈਂਸ਼ਨ ਨਹੀਂ ਕੀਤਾ ਕਿ ਉਹਨੇ ਨਾਲ ਕੀ ਹੋਏਗਾ। ਉਹ ਥੋੜੀ ਜੀ ਪ੍ਰੋਬਲਮ ਹੁਣ ਵੀ ਚੱਲ ਰਹੀ ਹੈ। ਤੇ ਦੂਸਰਾ ਫਿਰ ਹੋਮ ਆਫਿਸ ਵਾਲੇ ਹੁਣ ਇਹ ਕਰ ਰਹੇ ਹਨ ਕਿ ਆਮ ਤੌਰ ਪਰ 7 ਸਾਲ ਦੀ एप्लीकेशन रिफ्यूज कर रहे हैं, लेकिन अगर कोर्ट हो जाए उसको स्टे मिल जाना। तो इसलिए तो उन्हें इस कोई डिटेल नहीं दी है, लेकिन क्या है कि अस इनकी सख्त कर 7 साल वाले की भी, लेकिन हो नहीं सकेगा क्योंकि इसकी वजह है कि जरा 7 साल वाला कानून है एक कोर्ट्स चू पास होया है। तो काफ़ी सारे इस तरह के डिसीजन आए जोड़े हाई कोर्ट ने या कोर्ट ऑफ अपील ने या सुप्रीम कोर्ट ने इस तरह के फैसले काफ़ी ने जिन्हें किया गया है कि अगर कोई बच्चा इतने 7 साल पूरे कर लै और बच्चे ने राइट्स की दिखने हैं तो इन्हें की स्टे दिता जाए, क्योंकि बच्चा जो 7 साल होगा उत्थे ना लाइफ स्टाइल अडाप्ट कर लेना है। इस वजह नाल चांसेस ने कि जो 7 साल है इन्होंने प्रॉब्लम नहीं होएगी। तो तुसें अगर कोई एप्लीकेशन नहीं की है 7 साल नहीं या अगर करनी है तो जितना जल्दी अप्लाई कर दियो। जी साडा जुडिशियल रिव्यू च चल रहा है वैसे केस, तो इसलिए पूछे सी कि अपील ते जी हाँ करना हो जाएगा, क्योंकि जितने केसेस इसलिए जुडिशियल रिव्यू चल रहे हैं तो हाई कोर्ट वाले उन्हें आजकल अपर ट्रिब्यूनल भेज रहे हैं। तो अपर ट्रिब्यूनल च एक हाई कोर्ट ने जज आके बैठ के इन्हें केसेस ने फैसले करना है। तो अपर ट्रिब्यूनल चू रिसेंटली काफ़ी सारे अजे फैसले हो गए जिथे उन्हें लोगों को स्टे दे दिता 7 साल की बेसिस पे। तो तुहाडा अगर जुडिशियल रिव्यू चंगी गल है, तुसीं कोई फिक्र ना करो, तुहाडा हो जाना चाहिए थोड़े अरसे। तुहाडी गल दा शुक्रिया।
ਜਿਸ ਤਰ੍ਹਾਂ 7 ਸਾਲਾਂ ਕਾਨੂੰਨ ਸੀ, ਇਹ ਵੀ ਜਿਹੜਾ ਕਾਨੂੰਨ ਸੀ ਇਹ ਬੱਚੇ ਨਹੀਂ ਬੇਸ ਤੇ ਬਣਿਆ ਸੀ। ਇਹ 2012 ਵਿੱਚ, ਕਿਉਂਕਿ 2012 ਵਿੱਚ ਇੱਕ ਬਹੁਤ ਬੜਾ ਕੇਸ ਸੀ, ਸੁਪਰੀਮ ਕੋਰਟ ਫੈਸਲਾ ਕਰ ਦਿੱਤਾ ਸੀ। ਉਸ ਤੋਂ ਬਾਅਦ ਫਿਰ ਇਹਨੇ ਨਏ ਰੂਲਸ ਬਣਾਏ ਸਨ, ਜਿਸ ਵਿੱਚ ਨੇ ਕਿਹਾ ਸੀ ਕਿ ਅਗਰ ਕੋਈ ਬੱਚਾ UK 'ਚ ਪੈਦਾ ਹੋਇਆ ਔਰ 7 ਸਾਲ ਗੁਜ਼ਾਰ ਲਿਆ, ਜਾਂ ਅਗਰ ਕੋਈ ਬੱਚਾ ਬਾਹਰੋਂ ਆਇਆ ਹੈ ਤਾਂ ਔਰ ਇੱਥੇ 7 ਸਾਲ ਗੁਜ਼ਾਰ ਲਿਆ, ਉਸ ਨੂੰ ਇੱਥੇ ਸਟੇ ਮਿਲ ਜਾਣਾ ਚਾਹੀਦਾ। ਵੇਖਦੇ ਹਾਂ ਸਾਡੇ ਅਗਲੇ ਕਾਲਰ ਕਿਹੜੇ ਨੇ ਜੀ। ਹੈਲੋ ਜੀ। ਹਾਂਜੀ ਜੀ ਜੀ ਤੁਸੀਂ ਗੱਲ ਕਰੋ ਜੀ। ਹਾਂਜੀ, ਮੈਂ ਇੱਕ ਪੁੱਛਣਾ ਸੀਗਾ, ਜਿਹੜਾ 18,600 ਪਾਉਂਡ ਕਾਨੂੰਨ ਹੈਗਾ ਬੰਦ ਹੋ ਗਿਆ ਕਿ ਚਾਲੂ ਆ? ਜੀ ਅਜੇ ਚਾਲੂ ਹੈ। ਅਸਲ 'ਚ ਇਹ ਕਾਨੂੰਨ ਵੀ 9 ਜੁਲਾਈ 2012 ਚ ਬਣਤਾ ਸੀ ਤੇ ਇਸ ਵਿੱਚ ਹਾਈ ਕੋਰਟ ਕਹਿ ਦਿੱਤਾ ਸੀ ਕਿ 18,600 ਜ਼ਿਆਦਾ ਹੈ, ਲੇਕਿਨ ਹੋਮ ਆਫਿਸ ਨੇ ਉਸਦੇ ਖਿਲਾਫ ਅਪੀਲ ਕੀਤੀ ਸੀ। ਜਿਹੜੀ ਅਪੀਲ ਹੈ ਉਹ ਕੋਰਟ ਆਫ ਅਪੀਲ ਵਿੱਚ ਉਸਦੀ ਹੀਅਰਿੰਗ ਹੋ ਗਈ ਸੀ ਤੇ ਅੱਜ ਉਸਦਾ ਫੈਸਲਾ ਨਹੀਂ ਆਇਆ, ਤੇ ਜਦੋਂ ਉਸਦਾ ਫੈਸਲਾ ਆਇਆ ਅਸੀਂ ਇਸੇ ਪ੍ਰੋਗਰਾਮ ਹੀ ਤੁਹਾਨੂੰ ਦੱਸ ਦਿਆਂਗੇ। ਤੇ ਫਿਲਹਾਲ 18,600 ਚਾਲੂ ਹੈ ਤੇ ਇਹ ਵੀ ਚਾਂਸਿਸ ਹਨ ਕਿ ਅਗਰ ਇਹ ਫੈਸਲਾ ਹੋਮ ਆਫਿਸ ਨੇ ਖਿਲਾਫ ਹੋ ਜਾਣਾ, ਉਹ ਅੱਗੇ ਸ਼ਾਇਦ ਸੁਪਰੀਮ ਕੋਰਟ ਚ ਅਪੀਲ ਕਰ ਦੇਣ, ਜਿਸ 6 ਮਹੀਨੇ ਸਾਲ ਲੱਗ ਜਾਊਗਾ। ਕੱਲ ਦਾ ਸ਼ੁਕਰੀਆ। ਵੇਖਦੇ हैं नेक्स्ट कॉलर कौन है जी। हाँ जी, मैं ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦੀ ਸੀ ਕਿ ਮੈਂ ਤੇ ਮੇਰਾ ਪਾਰਟਨਰ ਅਨਮੈਰਿਡ ਬੇਸ ਤੇ ਹਿਊਮਨ ਰਾਈਟ ਦੀ ਐਪਲੀਕੇਸ਼ਨ ਲਾਣਾ ਚਾਹੁੰਦੇ ਆ। ਠੀਕ। ਤੇ ਮੈਂ ਇਹ ਪੁੱਛਣਾ ਚਾਹੁੰਦੀ ਕਿ ਮੇਰਾ ਇੱਕ ਕੰਮ ਕਰਨਾ ਮਸਟ ਹੈ ਜਾਂ ਮੈਂ ਕੋਈ ਬੈਨੀਫਿਟਸ ਆਪਣੇ ਬੱਚੇ ਦੀ ਐਂਟਾਈਟਲਮੈਂਟ ਕਰ ਸਕਦੀ ਹਾਂ? ਤੇ ਤੁਹਾਡਾ ਲੀਗਲ ਸਟੇਟਸ ਕੀ ਹੈ ਇੱਥੇ? ਮੈਂ ਬ੍ਰਿਟਿਸ਼ ਹਾਂ। ਤੇ ਜਿਹੜਾ ਹਸਬੈਂਡ ਹੈ ਉਸਦਾ ਲੀਗਲ ਸਟੇਟਸ ਕੀ ਹੈ? ਉਹ ਇਲੀਗਲ ਹੈ। ਉਹ ਇਲੀਗਲ ਹੈ ਜੀ। ਤੁਹਾਡੀ ਗੱਲ ਦਾ ਸ਼ੁਕਰੀਆ। ਇਸ ਵਿੱਚ ਨੇ ਕਿ ਅਗਰ ਤਾਂ ਤੁਸੀਂ ਮੈਰਿਜ ਦੇ ਬੇਸ ਤੇ ਅਪਲਾਈ ਕਰੋ ਤਾਂ ਉਸ ਵਿੱਚ ਹੈ ਕਿ ਉਹ ਇਮੀਗ੍ਰੇਸ਼ਨ ਰੂਲਸ ਵਿੱਚ ਤੁਸੀਂ ਅਪਲਾਈ ਕਰੋਗੇ, ਲੇਕਿਨ ਰੂਲਸ ਵਿੱਚ ਪਹਿਲੀ ਸ਼ਰਤ ਹੈ ਕਿ ਆਦਮੀ ਇੱਥੇ ਲੀਗਲ ਹੋਣਾ ਚਾਹੀਦਾ, ਫਿਰ ਉਸ ਤੋਂ ਬਾਅਦ 18,600 ਦੀ ਸ਼ਰਤ ਆ ਜਾਣੀ। ਤਾਂ ਪਾਰਟਨਰ ਦੇ ਬੇਸ ਤੇ ਅਗਰ ਐਪਲੀਕੇਸ਼ਨ ਕਰੋ, ਤੁਹਾਡੀ ਜਿਹੜੀ ਐਪਲੀਕੇਸ਼ਨ ਹੋਏਗੀ ਉਹ ਹਿਊਮਨ ਰਾਈਟਸ ਵਿੱਚ ਹੋਏਗੀ, ਆਊਟਸਾਈਡ ਆਫ ਇਮੀਗ੍ਰੇਸ਼ਨ ਰੂਲਸ ਹੋਏਗੀ, ਇਮੀਗ੍ਰੇਸ਼ਨ ਰੂਲਸ ਵਿੱਚ ਨਹੀਂ ਹੋਏਗੀ। ਤਾਂ ਉਸ ਵਾਸਤੇ ਜ਼ਰੂਰੀ ਨਹੀਂ ਤੁਹਾਡਾ ਕਿ 18,600 ਜਾਂ ਤੁਸੀਂ ਕੰਮ ਕਰ ਰਹੇ ਹੋ। ਅਗਰ ਇਕੱਠੇ ਰਹਿ ਰਹੇ ਹੋ ਤੁਸੀਂ ਹਿਊਮਨ ਰਾਈਟਸ ਦੀ ਬੇਸ ਤੇ ਐਪਲੀਕੇਸ਼ਨ ਲਾ ਸਕਦੇ ਹੋ, ਕਿਉਂਕਿ ਬਾਜ਼ ਐਪਲੀਕੇਸ਼ਨ ਹੋਣ ਜਿਹੜੀਆਂ ਰੂਲ ਵਿੱਚ ਹੋਣੀਆਂ, ਬਾਜ਼ ਹੋਣੀਆਂ ਆਊਟਸਾਈਡ ਆਫ ਰੂਲ। ਤੁਹਾਡੀ ਐਪਲੀਕੇਸ਼ਨ ਡਿਸਕਸ਼ਨ ਲੀਵ ਆਊਟਸਾਈਡ ਆਫ ਇਮੀਗ੍ਰੇਸ਼ਨ ਰੂਲ ਲੱਗੋਗੀ। ਕੱਲ ਦਾ ਸ਼ੁਕਰੀਆ। ਵੇਖਦੇ ਹਾਂ ਅਗਲੇ ਕਾਲਰ ਕੌਣ ਨੇ ਜੀ। ਹੈਲੋ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਸਰ ਜੀ, ਮੇਰਾ ਨਾਮ ਮਨਜੀਤ ਸਿੰਘ ਹੈਗਾ ਜੀ। ਜੀ ਮੈਂ ਆਪਣਾ ਵੀਜ਼ਾ ਅਪਲਾਈ ਕੀਤਾ ਸਟੂਡੈਂਟ ਵੀਜ਼ਾ। ਅੱਛਾ। ਤੇ ਸਰ ਜੀ ਉਹ ਕੀ ਹੋਇਆ ਕਿ ਮੈਂ ਟੋਇਕ ਦਾ ਸਰਟੀਫਿਕੇਟ ਉਦੋਂ ਜਿਵੇਂ ਲਾਇਆ ਸੀ ਵਿੱਚ ਹਨਾ, ਤੇ ਮੈਂ ਤੇ ਆਪਣੇ ਵੀਜ਼ੇ ਦੀ ਵੇਟ ਕਰਦਾ ਸੀ ਤੇ 2 ਕੁ ਦਿਨ ਹੋ ਗਏ ਮੈਨੂੰ ਇਮੀਗ੍ਰੇਸ਼ਨ ਵਾਲੇ ਘਰ ਆ ਕੇ ਲੈਣ ਲਈ। ਅੱਛਾ। ਮੈਂ ਤੇ ਕੰਮ ਤੇ ਹੈਗਾ ਸੀ। ਅੱਛਾ। ਤੇ ਮੈਨੂੰ ਕੁਝ ਪਤਾ ਨਹੀਂ ਲੱਗਾ, ਮੈਂ ਤੇ ਆਪਣੇ ਵੀਜ਼ੇ ਦੀ ਵੇਟ ਕਰਦਾ ਸੀ, ਉਹ ਕਿਉਂ ਮੈਨੂੰ ਲੈਣ ਆ ਗਏ? ਇਹ ਕਾਫੀ ਲੋਕਾਂ ਨਾਲ ਪ੍ਰੋਬਲਮ ਹੋਇਆ ਹੈ ਕਿ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਵੇਗਾ ਇੱਕ BBC ਤੇ ਇੱਕ ਬੜਾ ਪ੍ਰੋਗਰਾਮ ਚੱਲਿਆ ਸੀ ਤੇ ਜਿੱਥੋਂ ਪਤਾ ਚੱਲਿਆ ਸੀ ਕਿ ਲੋਕਾਂ ਜਿਹੜੇ ਇੰਗਲਿਸ਼ ਸਰਟੀਫਿਕੇਟ ਉਹ ਜਾਲੀ ਬਣ ਰਹੇ ਨੇ, ਲੋਕੀ ਟੈਸਟ ਵਾਸਤੇ ਨਹੀਂ ਜਾ ਰਹੇ ਨੇ ਬਲਕਿ ਜਾਲੀ ਸਰਟੀਫਿਕੇਟ ਇਸ਼ੂ ਹੋਣੇ ਨੇ। ਉਸ ਤੋਂ ਬਾਅਦ ਇਹ ਹੋਇਆ ਕਿ ਪਿਛਲੇ ਕੋਈ 2 ਹਫ਼ਤੇ ਪਹਿਲੇ ਹੋਇਆ ਕਿ ਜਿतने ਲੋਕਾਂ ਐਪਲੀਕੇਸ਼ਨ ਕੀਤੀ ਸੀ ਜਿन्हें कि होम ऑफिस शक गुजरिया है कि ये पासपोर्ट जाली ने, उन्हें एक सुबह छापा मारिया, कोई 300 बंदे ने उस दिन फड़ लिया ने। तो तुसी लक्के से उस दिन फड़े नहीं गए, वो 300 की उन्हें फड़ के लै गए तो बाद की उन्हें डिपोर्ट कर दिता, बाद की डिपोर्ट कर रहे हैं। तो इस शर्त कि जी तुसें जाली सर्टिफिकेट सबमिट किया, बाले तुहाडी लक है तो किसी वकील नाल तुसी मशवरा कर लियो कि हुण तुसी नैक्सट के कर सकते हो। तुहाडी कॉल दा शुक्रिया। जिस तरह व्यक्ति साडे अगले कॉलर कौन ने जी। हेलो जी। हेलो मिस्टर मलिक जी। हेलो जी तुसी गल करो जी। हाँ जी, मैं तुहानू पुछना सी, मैं अपने बेटे का केस लगाना, ने 7 साल दा होना आ, ਤੇ ਮੈਂ ਪੁੱਛਣਾ ਸੀ ਉਹ ਇੰਡੈਫੀਨਿਟ ਦੇਣ ਨੂੰ ਕਿੰਨਾ ਟਾਈਮ ਲਗਾਉਂਦੇ ਆ ਤੇ ਮੈਨੂੰ ਕਿੰਨੇ ਟਾਈਮ ਦਾ ਪਹਿਲਾਂ ਵੀਜ਼ਾ ਦੇਣਗੇ? ਤੁਹਾਡੀ ਕਾਲ ਦਾ ਸ਼ੁਕਰੀਆ। ਇਸ ਵਿੱਚ ਇੰਡੈਫੀਨਿਟ ਸਟੇ ਨਹੀਂ ਦੇਣਗੇ। ਅਗਰ ਕਿਸੇ ਨੂੰ 7 ਸਾਲ ਦਾ ਸਟੇ ਦੇਣ ਤਾਂ ਇਸ ਨੂੰ 2.5 ਸਾਲ ਦਾ ਵੀਜ਼ਾ ਦੇਣ ਕਿ 2.5 ਸਾਲ ਦਾ ਵੀਜ਼ਾ ਦੇਣ, ਫਿਰ ਉਸ ਨੂੰ ਦੁਬਾਰਾ 2.5 ਸਾਲ ਦੇਣਗੇ। ਇਹ 4 ਦਫਾ 2.5 ਸਾਲ ਨਾਲ ਦੇ ਕੇ ਤੇ ਫਿਰ ਇੰਡੈਫੀਨਿਟ ਸਟੇ 10 ਸਾਲ ਬਾਅਦ ਮਿਲੂਗਾ। ਲੇਕਿਨ ਇਸ ਨੂੰ ਅਸੀਂ ਆਲਰੇਡੀ ਕੋਰਟ ਵਿੱਚ ਚੈਲੰਜ ਕੀਤਾ ਹੈ, ਉਸ ਵਿੱਚ ਹੁਣ ਹੀਅਰਿੰਗ ਆने वाली है। ਅਸੀਂ ਆਲਰੇਡੀ ਚੈਲੰਜ ਕੀਤਾ ਹੈ ਕਿ ਜੀ ਉਹ ਬੱਚਾ ਜਿਸ ਦੀ ਉਮਰ ਕੋਈ 15 ਸਾਲ ਹੈ 16 ਸਾਲ ਹੈ ਉਹ 10 ਸਾਲ ਰਹੇਗਾ, ਇਸ ਨੂੰ ਪੜ੍ਹੇਗਾ ਕਿਸ ਤਰ੍ਹਾਂ? ਅਗਰ ਉਸ ਕੋਲ ਇੰਡੈਫੀਨਿਟ ਸਟੇ ਨਹੀਂ ਹੈ ਤਾਂ ਉਸ ਨੂੰ ਯੂਨੀਵਰਸਿਟੀ ਵਾਲੇ ਨਾ ਤਾਂ ਗ੍ਰਾਂਟ ਦੇਣਗੇ ਨਾ ਉਸ ਨੂੰ ਹੋਮ ਸਟੂਡੈਂਟ ਮੰਨਣਗੇ। ਇਸ ਤੇ ਅਸੀਂ ਆਲਰੇਡੀ ਇਹ ਕੇਸ ਲਾਇਆ ਹੈ। ਤਾਂ ਬਹਰਹਾਲ ਤੁਸੀਂ ਅਗਰ 7 ਸਾਲ ਪੂਰੇ ਹੋਣ ਐਪਲੀਕੇਸ਼ਨ ਕਰ ਸਕਦੇ ਹੋ। ਕੱਲ ਦਾ ਸ਼ੁਕਰੀਆ। ਵੇਖਦੇ ਹਾਂ ਨੈਕਸਟ ਕਾਲਰ ਕੌਣ ਨੇ ਜੀ। ਹੈਲੋ ਜੀ। ਜੀ ਤੁਸੀਂ ਗੱਲ ਕਰੋ ਜੀ। ਮੈਨੂੰ लगना कि शायद किसी वजह ਨਾਲ ਇਹ ਕਾਲ ਡ੍ਰੌਪ ਹੋ ਰਹੀ ਹੈ। ਵੇਖਦੇ ਹਾਂ ਨੈਕਸਟ ਕਾਲਰ ਕੌਣ ਨੇ ਜੀ। ਹੈਲੋ ਜੀ। ਜੀ ਤੁਸੀਂ ਗੱਲ ਕਰੋ ਜੀ। ਜੀ ਹੈਲੋ ਮਲਕ ਸਾਹਿਬ, ਮੈਂ ਤੋਂ ਵੁਲਬੈਂਡ ਤੋਂ ਬੋਲ ਰਿਹਾ ਜੀ। ਸਾਡੇ ਕੋਲ ਜਿਸ ਤਰ੍ਹਾਂ ਸਾਰੀ ਫੈਮਿਲੀ ਕੋਲ ਯੂਰਪੀਅਨ ਪਾਸਪੋਰਟ ਹੈ, ਪੋਰਚੁਗੀਜ਼ ਪਾਸਪੋਰਟ ਹੈ। ਠੀਕ ਹੈ।
ਤੇ ਉਹ ਇੱਕ ਕਹਿੰਦੇ ਵੀ ਜਿਹੜਾ ਹੋਮ ਆਫਿਸ ਕਾਰਡ ਲੈਣਾ ਪੈਂਦਾ, ਮਤਲਬ ਜਿਹਨੂੰ ਕਹਿੰਦੇ ਆ, ਉਹ ਜ਼ਰੂਰੀ ਹੈ ਸਾਨੂੰ ਲੈਣਾ ਇੱਥੇ, ਮਤਲਬ ਇੱਥੇ ਰਹਿਣ ਵਾਸਤੇ? वो जरूरी नहीं है, लेकिन उसे ले लेना चाहिए। चंगी गल है लेने वास्ते। पहली गल कि उसका फायदा हो गया कि अगर 3-4 इसलिए तुसी इत्थे रह रहे हो, तुहाडा कोई प्रूफ नहीं, तुसी इत्थे रह रहे हो सकना तुसी बैंक मॉर्गेज मंगो, हो सकना तुसी कोई मकान खरीदना चाहो, लेकिन हो सकना तुसी किसी को स्पॉन्सर करना चाहो, तुहाडे कोल ऑफिशियल कोई प्रूफ नहीं है कि तुसी इत्थे आए हो या नहीं आए, क्योंकि तुहाडे पासपोर्ट स्टैंप ते कोई नहीं लगी इत्थे रहने नहीं, तो लिहाजा तुसी ये करो रेजिडेंट परमिट ले लियो। उसका ये भी फायदा होगा जदों 5 साल बाद अगर ब्रिटिश नेशनलिटी अस अप्लाई करोगे, वो तुहाडे कोल सैलरी प्रूफ होएगा या बच्चे वास्ते कोई प्रॉब्लम होएगी तो वो तुहाडे वास्ते सबूत होएगा, तो वो अप्लाई कर दियो। कल का शुक्रिया। ਵੇਖਦੇ ਹਾਂ ਸਾਡੇ ਨੈਕਸਟ ਕਾਲਰ ਕੌਣ ਨੇ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ ਭਾਜੀ। ਮੈਂ ਨਾ 2005 ਵਿੱਚ ਇੱਥੇ ਆਇਆ ਸੀਗਾ, ਠੀਕ ਹੈ, ਤੇ ਮੈਂ ਵਿਜ਼ਟਰ ਵੀਜ਼ੇ ਤੇ ਆਇਆ ਸੀਗਾ, ਤੇ ਹੁਣ ਮੈਂ ਨਾ ਓਵਰਸਟੇ ਹੋ ਗਿਆ ਸੀਗਾ ਇੱਥੇ ਨਾ। ਠੀਕ। ਹੈਲੋ ਜੀ ਹਾਂ ਜੀ। ਤੇ ਹੁਣ ਮੈਂ ਨਾ ਇੱਥੇ ਵਿਆਹ ਕਰਾਇਆ ਆ, ਤੇ ਉਹ ਜਿਹੜੀ ਮੇਰੀ ਵਾਈਫ ਆ ਉਹਦੇ ਕੋਲ ਇੰਡੈਫੀਨਿਟ ਵੀਜ਼ਾ ਆ, ਤੇ ਮੈਂ ਰਜਿਸਟਰ ਮੈਰਿਜ ਨਹੀਂ ਕਰਾਈ, ਗੁਰਦੁਆਰੇ ਦੇ ਜਿਹਦਾ ਵਿਆਹ ਕਰਵਾ ਕੇ। ਹੁਣ ਮੇਰੇ ਨਾ ਬੇਬੀ ਹੋਣ ਵਾਲਾ 5 ਮਹੀਨੇ ਤੋਂ। ਠੀਕ। ਤੇ ਹੁਣ ਮੈਨੂੰ ਕੀ ਕਰਨਾ ਚਾਹੀਦਾ ਜੀ? ਜੀ ਤੁਹਾਡੇ ਵਾਸਤੇ ਦੋ ਗੱਲਾਂ ਨੇ। ਪਹਿਲੀ ਗੱਲ ਕਿ ਇਮੀਗ੍ਰੇਸ਼ਨ ਰੂਲਸ ਵਿੱਚ ਤੁਸੀਂ ਮੈਰਿਜ ਦੀ ਬੇਸ ਤੇ ਐਪਲੀਕੇਸ਼ਨ ਨਹੀਂ ਕਰ ਸਕਦੇ ਹੋ, ਕਿਉਂਕਿ ਤੁਹਾਡੇ ਕੋਲ ਲੀਗਲ ਸਟੇਟਸ ਨਹੀਂ ਹੈ, ਤੇ ਤੁਸੀਂ ਹਿਊਮਨ ਰਾਈਟਸ ਦੀ ਬੇਸ ਤੇ ਅਪਲਾਈ ਕਰ ਸਕਦੇ ਹੋ ਕਿ ਜੀ ਮੇਰੀ ਜਿਹੜੀ ਗੁਰਦੁਆਰੇ 'ਚ ਵਿਆਹ ਹੋਇਆ, ਮੈਂ ਕਿਸੇ ਬੰਦੇ ਨਾਲ ਰਹਿ ਰਿਹਾ ਤੇ ਬੇਬੀ ਵੀ ਹੋਣ ਵਾਲਾ ਹੈ। ਹਿਊਮਨ ਰਾਈਟਸ ਦੀ ਬੇਸ ਤੇ ਐਪਲੀਕੇਸ਼ਨ ਕਰ ਸਕਦੇ ਹੋ। ਇੱਕ ਡਿਸਕਸ਼ਨ ਲੀਵ ਹੈ, ਉਹ ਐਪਲੀਕੇਸ਼ਨ ਪਾ ਸਕਦੇ ਹੋ, ਤੇ ਉਹ ਜਦੋਂ ਤੁਸੀਂ ਅਗਰ ਚਾਹੋ ਤਾਂ ਐਪਲੀਕੇਸ਼ਨ ਕਰ ਸਕਦੇ ਹੋ। ਤੁਹਾਡੀ ਕਾਲ ਦਾ ਸ਼ੁਕਰੀਆ। ਵੇਖਦੇ ਹਾਂ ਨੈਕਸਟ ਕਾਲਰ ਕੌਣ ਨੇ ਜੀ। ਹੈਲੋ ਮਲਿਕ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਮਲਿਕ ਸਾਹਿਬ, ਮੈਂ ਪੁੱਛਣਾ ਸੀ ਕਿ ਜਿਹੜਾ ਤੁਸੀਂ ਕਹਿੰਦੇ ਸੀ ਵੀ ਲੈਂਡਲੋਰਡ ਵਾਲਾ ਕੋਈ ਬੰਦੇ ਕੋਲ ਜਿਵੇਂ ਕੇਸ ਅਪਲਾਈ ਕੀਤਾ ਹੋਵੇ ਟੈਨੈਂਟ ਨੇ ਜੀ, ਤੇ ਉਹਦੇ ਪੇਪਰ ਵਗੈਰਾ ਜੇ ਲੈ ਲਈਏ ਕੋਈ ਉਹ ਪ੍ਰੋਬਲਮ ਤਾਂ ਨਹੀਂ ਜੀ ਜਿਵੇਂ ਦਈਏ ਸੀ? ਤੇ ਦੂਜਾ, ਜਿਵੇਂ ਹੁਣ ਅਸੀਂ ਲਾਇਆ ਸੀਗਾ 7 ਸਾਲ ਵਾਲਾ ਕੇਸ ਲਾਇਆ ਸੀਗਾ ਜੀ, ਸਾਨੂੰ ਇੱਥੇ ਆਇਆ ਨੂੰ 12 ਸਾਲ ਹੋ ਗਏ ਜੀ। ਸਾਡਾ ਇੱਕ ਬੱਚਾ ਨਾਲ ਆਇਆ ਸੀਗਾ, ਉਦੋਂ 5-6 ਮਹੀਨੇ ਦਾ ਸੀਗਾ, ਤੇ ਦੂਜੇ 2 ਬੱਚੇ ਇੱਥੇ ਹੋਏ ਜੀ। ਅਸੀਂ ਉਸ ਤੋਂ ਬਾਅਦ ਉਹਨਾਂ ਨੇ ਰਿਫਿਊਜ਼ ਕਰਤਾ, ਜੁਡੀਸ਼ਰੀ ਵਿੱਚ ਗਏ, ਉਹਨਾਂ ਨੇ ਕਿਹਾ ਤੁਸੀਂ ਵਾਪਸ ਲੈ ਲਓ, ਤੁਸੀਂ 3 ਮੰਥ ਕੁਝ ਦੇਵਾਂਗੇ ਤੁਹਾਨੂੰ। ਤੇ ਉਹਨਾਂ ਨੇ ਰੀਸੈਂਟਲੀ ਲਾਸਟ ਵੀਕ ਸਾਨੂੰ ਰਾਈਟ ਆਫ ਅਪੀਲ ਦਿੱਤਾ ਜੀ। ਜੇ ਹੁਣ ਅਸੀਂ ਅਪੀਲ ਕਰਦੇ ਹਾਂ ਤੇ ਉਹਦੇ ਵਿੱਚ ਜੇ ਉਹਨਾਂ ਨੂੰ ਜੋ ਅਸੀਂ ਜਿੱਤਿਆ ਨੇ ਤਾਂ ਫਿਰ ਅੱਗੇ ਜਾ ਸਕਦੇ ਆ ਜੀ? ਤੁਹਾਡੀ ਕੱਲ ਦਾ ਸ਼ੁਕਰੀਆ। ਹਾਂ, ਤੁਸੀਂ ਜਿੱਤ ਜਾਓਗੇ ਕੇਸ ਇਸ ਗੱਲ ਨੂੰ ਕਿ ਜਿਹੜਾ ਤੁਹਾਡਾ ਅਪੀਲ ਹੋਏਗੀ ਇਹ ਤੁਸੀਂ ਫਸਟ ਟ੍ਰਾਈਬਿਊਨਲ ਵਿੱਚ ਕਰੋਗੇ। ਇੱਕ ਇੱਥੇ ਫਸਟ ਟ੍ਰਾਈਬਿਊਨਲ ਹੈ, ਫਿਰ ਇੱਕ ਉਸ ਤੋਂ ਉੱਪਰ ਅਪਰ ਟ੍ਰਾਈਬਿਊਨਲ ਹੈ। ਅਪਰ ਟ੍ਰਾਈਬਿਊਨਲ ਨੇ ਕਈ ਫੈਸਲੇ ਆ ਗਏ ਰੀਸੈਂਟਲੀ ਪਿਛਲੇ ਕੁਝ ਅਰਸੇ 2-3 ਮਹੀਨੇ ਕਿ ਜਿਹੜੇ ਲੋਕਾਂ 7 ਸਾਲ ਕੀਤੇ ਉਹਨੇ ਕਿਤੇ ਸਟੇ ਮਿਲਣਾ ਚਾਹੀਦਾ। ਲਿਹਾਜ਼ਾ ਜਿਹੜਾ ਫਸਟ ਟ੍ਰਾਈਬਿਊਨਲ ਵਾਲਾ ਜੱਜ ਹੈ ਇਹ ਅਪਰ ਟ੍ਰਾਈਬਿਊਨਲ ਵਾਲਾ ਫੈਸਲੇ ਦੇ ਕੇ ਤੁਹਾਡੇ ਹੱਕ ਵਿੱਚ ਫੈਸਲਾ ਕਰ ਦੇਗਾ। ਤੇ ਦੂਸਰਾ, ਅਗਰ ਕੋਈ ਬੰਦਾ ਇੱਥੇ ਲੀਗਲ ਤਰੀਕੇ ਨਾਲ ਰਹਿ ਰਿਹਾ, ਉਸਦੀ ਹੋਮ ਆਫਿਸ ਤੋਂ ਚਿੱਠੀ ਮੌਜੂਦ ਹੈ, ਤਾਂ ਉਸ ਨੂੰ ਲੈਂਡਲਾਰਡ ਤੋਂ ਕੋਈ ਫਰਕ ਨਹੀਂ ਪਏਗਾ। ਕੱਲ ਦਾ ਸ਼ੁਕਰੀਆ। ਵੇਖਦੇ ਹਾਂ ਨੈਕਸਟ ਕਾਲਰ ਕੌਣ ਨੇ ਜੀ। हेलो जी, हमें लगता है कॉल शायद ड्रॉप हो रही है। देखते हैं नेक्स्ट कॉलर कौन है जी। हेलो हेलो जी। सत श्री अकाल जी। जी सत श्री अकाल। सर मैं मलिक साहब ਨਾਲ ਗੱਲ ਕਰਨਾ ਚਾਹੁੰਦਾ। ਜੀ ਜੀ ਬਿਲਕੁਲ ਗੱਲ ਕਰੋ ਜੀ, ਤੁਸੀਂ ਆਨੇ ਰਹੇ ਹੋ। ਓਕੇ ਠੀਕ ਹੈ ਜੀ। ਤੇ ਮੈਂ ਇਹ ਪੁੱਛਣਾ ਚਾਹੁੰਦਾ ਕਿ ਜਿਹੜਾ ਟੋਇਕ ਦਾ ਐਕਚੁਅਲੀ ਟੈਸਟ ਹੈਗਾ ਇਹ ਹੋਮ ਆਫਿਸ ਵੱਲੋਂ ਬੰਦ ਕੀਤਾ ਹੋਇਆ ਜਾਂ ਜੇ ਵੈਲਿਡ ਨਹੀਂਗਾ ਹੁਣ? नहीं जी, ये वैलिड है। तुसी अगर स्टूडेंट वीजे ते अप्लाई करने हो उससे आमतौर पर B2 मनने, लेकिन पिछले दिन प्रॉब्लम खड़ी हुई सी। पहले भी एक कॉलर दसिया सी कि बेशुमार कॉलेज वाले वैसे ही तुहानू दे देने सन, इस वजह नाल इससे प्रॉब्लम खड़ी हुई है कि जिन्हें कॉलेज जाली इशू कीते वो होम ऑफिस वाले नहीं मनने, लेकिन ज्यादा बेहतर तुसी B2 कर लियो। ਉਹਦਾ ਡਿਫਰੈਂਟ ਕਰ ਲਈਏ ਜਾਂ ਮੈਂ ਤੇ ਆਲਰੇਡੀ ਅਪਲਾਈ ਕਰ ਚੁੱਕਾ? फिर करो इस दौरान जितना जल्दी हो सके दोबारा कर लियो। अगर ताड़ा जितों कॉलेज किया वो अगर सस्पिशियस है उन्हें तू चेक कर लियो, क्योंकि बाज़ कॉलेज होम ऑफिस ने लिस्ट बना दी थी कि जिन्हें ये कॉलेज वाले वैसे ही देने सन। अगर इस तरह ने कॉलेज थी फिर इस तो पहले कि होम ऑफिस ताड़ा केस रिफ्यूज करन या ताड़े को मंगन तो तुम ये करो कि न्यू जड़ा कोर्स है वो भी पास कर लियो B2 ना। ताड़ी कॉल का शुक्रिया। देखते हैं साढ़े नेक्स्ट कॉलर कौन ने जी। हेलो हेलो जी। हाँ जी मलिक साहब, ਤੁਹਾਨੂੰ ਪੁੱਛਣਾ ਜੀ, ਮੈਂ ਜਿੱਦਾਂ ਇੱਥੇ ਬਿਜ਼ਨਸ ਕਰਦਾ, ਮੇਰੇ ਕੋਲ ਯੂਰਪੀਅਨ ਪਾਸਪੋਰਟ ਆ। ਅੱਛਾ। ਮੈਂ ਆਪਣੀ ਮਦਰ ਨੂੰ ਤੇ ਬ੍ਰਦਰ ਮੇਰੇ ਨੇ ਦੋਨੇ, ਉਹਨਾਂ ਨੂੰ ਇੱਥੇ ਮੰਗਾਉਣਾ ਚਾਹੁੰਦਾ ਵਾਂ। ਠੀਕ। ਤੇ ਉਹ ਪੱਕੇ ਤੌਰ ਤੇ ਜਿੱਦਾਂ ਇੱਥੇ ਆ ਸਕਦੇ ਨੇ? जी हाँ, अगर वो ताड़े ते डिपेंड कर रहे हैं, यानी उन्हें ना खर्चा तुसी तोड़ रहे हो, कोई ताड़े ते उन्हें कोई होर कोई किसी बंदे ते डिपेंड नहीं कर रहे, सिर्फ ताड़े ते डिपेंड कर रहे हैं, तुसी उन्हें ना हर लिहाज से खर्चा तोड़ लियो। हाँ, अगर ताड़े कोल सबूत है वो ताड़े डिपेंडेंट तौर पर इत्थे आ सकते हैं, क्योंकि इधर कानून है कि तुसी अपने जेडे डिपेंडेंट ने जेडे जिन्ना खर्चा तुसी चला रहे हो इत्थों होके उन्हें उत्थों तुसी बुला सकते हो। ताड़ी कॉल दा शुक्रिया। देखते हैं नेक्स्ट कॉलर कौन ने जी। हाँ जी, मैं गल करनी सी मलिक साहब, मेरे पार्टनर ने ਉਹਨਾਂ ਦੀ ਸ਼ਾਦੀ ਹੋਈ ਸੀਗੀ 11 ਦੇ ਵਿੱਚ ਨਾ, ਤੇ ਉਹਨਾਂ ਨੇ ਉਹਦੀ ਡਿਵੋਰਸ ਨਹੀਂ ਹੋਈ ਉਹਦੇ ਨਾਲ, ਤੇ ਉਸ ਤੋਂ ਬਾਅਦ ਮੈਂ ਉਹਦੇ ਨਾਲ ਸੈਟਲ ਹਾਂ ਤਕਰੀਬਨ 1.5 ਸਾਲ ਹੋ ਗਿਆ। ਤੇ ਮੈਂ ਸਟੂਡੈਂਟ ਹਾਂ ਟਾਇਰ 4 ਦਾ,
ਤੇ ਮੈਂ ਸਟੱਡੀ ਵੀ ਆਪਣੀ ਕਰ ਰਿਹਾ ਹਾਂ ਪ੍ਰੋਪਰ। ਤੇ ਮੈਂ ਪਤਾ ਕਰਨਾ ਸੀਗਾ ਕਿ ਉਹ ਡਿਵੋਰਸ ਜਿਹੜੀ ਹੈ ਉਹਦੇ ਵਾਸਤੇ ਲੈਣਾ ਜ਼ਰੂਰੀ ਹੈ, ਉਹ ਕਿੰਨਾ ਚਿਰ ਟਾਈਮ ਲੱਗੇਗਾ, ਕਿ ਮੈਂ ਕਿਸ ਬੇਸ ਤੇ ਫਿਰ ਅਪਲਾਈ ਕਰ ਸਕਦਾ ਆਪਣਾ ਵੀਜ਼ਾ? ਜੀ ਤੁਹਾਡੀ ਗੱਲ ਦਾ ਸ਼ੁਕਰੀਆ। ਇਸ ਵਿੱਚ ਸ਼ਰਤ ਇਹ ਹੋਏਗੀ ਕਿ ਪਹਿਲੀ ਗੱਲ ਕਿ ਤੁਹਾਡੀ ਜਿਹੜੀ ਵਾइफ है उस डिवोर्स अप्लाई करनी, उस डिवोर्स लेना है। तो आमतौर पर अगर बच्चा कोई नहीं है, न्याना कोई नहीं है, तो कोई प्रॉपर्टी इन्वॉल्व नहीं है कि 3 महीने डिवोर्स हो जानी। पहली गल उन्हें डिवोर्स लेनी है। दूसरी गल कि अगर ताड़ी मिसिज की इनकम 18,600 पाउंड, इसका मतलब है कि 1,550 पाउंड पर मंथ होनी चाहिए और 6 महीने तो वो कम कर रहे हो इस वेजिज से। तो तीसरी गल कि तुसें इंग्लिश टेस्ट पास किया हुआ है। अगर ये 3 शर्तां पूरियां करनी हो तो फिर तुसीं अपना स्टेटस इत्थों चेंज कर सकते हो, विआह नहीं बेचते। ਤੁਹਾਡੀ ਗੱਲ ਦਾ ਸ਼ੁਕਰੀਆ। ਵੇਖਦੇ ਹਾਂ ਨੈਕਸਟ ਕਾਲਰ ਕੌਣ ਨੇ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਹਰਿੰਦਰ ਸਿੰਘ ਬੋਲ ਰਿਹਾ ਗਰੀਵਜ਼ੈਂਟ ਤੋਂ। ਜੀ ਜੀ। ਤੇ ਮੈਂ 2009 ਚ ਜੀ ਸਟੂਡੈਂਟ ਵੀਜ਼ੇ ਤੇ ਆਇਆ ਸੀ ਇੱਥੇ। ਠੀਕ ਹੈ। ਤੇ ਮੈਂ ਆਪਣਾ ਵੀਜ਼ਾ ਵੀ ਐਕਸਟੈਂਡ ਕਰਾਇਆ ਸੀ 2012 ਚ। ਠੀਕ। ਤੇ ਕੋਈ ਮੈਨੂੰ ਕਹਿ ਰਿਹਾ ਕਹਿੰਦੇ ਜਿੱਦਾਂ ਸਟੂਡੈਂਟ ਇਹਨਾਂ ਨੇ 5 ਸਾਲ ਬਾਅਦ ਜਿਹਨੂੰ 5 ਸਾਲ ਹੋ ਗਏ ਉਹਨਾਂ ਨੂੰ ਭੇਜ ਦੇਣਾ। ਤੇ ਮੈਂ ਅੱਗੇ ਵੀਜ਼ਾ ਐਕਸਟੈਂਡ ਕਰਾਉਣਾ ਚਾਹੁੰਦਾ ਆਪਣਾ, ਮੇਰਾ ਵੀਜ਼ਾ ਐਕਸਟੈਂਡ। ਤੇ जी ਤੁਹਾਡੀ ਗੱਲ ਦਾ ਸ਼ੁਕਰੀਆ। ਤੁਹਾਨੂੰ ਪ੍ਰੋਬਲਮ ਹੋ ਜਾਏਗੀ ਕਿਉਂਕਿ ਕਾਫੀ ਸਾਰੇ ਲੋਕ ਇੱਥੇ ਪੜ੍ਹਨੇ ਵਾਸਤੇ ਆਏ ਤਾਂ ਉਹ ਇੱਥੇ ਸਹੀ ਨਹੀਂ ਪੜ੍ਹ ਰਹੇ ਬਲਕਿ ਇੱਕ ਕਾਲਜ ਤੋਂ ਲੈਟਰ ਲਿੱਤਾ, ਦੂਏ ਕਾਲਜ ਤੋਂ ਲੈਟਰ ਲਿੱਤਾ, ਦਿਹਾੜਾ ਪਾਸ ਕੀਤਾ। ਇਸ ਤੋਂ ਫਿਰ ਗਵਰਨਮੈਂਟ ਨੇ ਕਾਨੂੰਨ ਬਣਾ ਲਿੱਤਾ है कि अगर कोई स्टूडेंट आए वो अगर प्रोग्रेस ना करे, प्रोग्रेस तो मुराद को डिग्री वगैरह ना करे, और फिर 5 साल तो बाद इतने नहीं रह सकता है। तो इसका मतलब है तुसी 2009 ਵਿੱਚ ਆਇਓ, ਤੁਹਾਨੂੰ ਇਸ ਸਾਲ 2014 ਵਿੱਚ 5 ਸਾਲ ਪੂਰੇ ਹੋ ਜਾਣਗੇ, ਤੁਹਾਡੇ ਅੱਗੇ ਸਟੇ ਮਿਲਣ ਦੇ ਚਾਂਸਸ ਬਹੁਤ ਘੱਟ ਨੇ। ਤੁਸੀਂ ਕਿਸੇ ਵਕੀਲ ਨਾਲ ਮਸ਼ਵਰਾ ਕਰ ਲਿਓ, ਅੱਗੇ ਕਿਸੇ ਹੋਰ ਕੈਟਾਗਰੀ 'ਚ ਅਪਲਾਈ ਕਰ ਸਕਦੇ ਹੋ। ਤੁਹਾਡੀ ਕਾਲ ਦਾ ਸ਼ੁਕਰੀਆ। ਵੇਖਦੇ ਹਾਂ ਨੈਕਸਟ ਕਾਲਰ ਕੌਣ ਨੇ ਜੀ। ਹੈਲੋ ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ ਭਾਜੀ। ਮੈਂ ਨਾ ਆਪਣੀ 7 ਸਾਲ ਦੇ ਨਿਆਣੇ ਵੀਜ਼ੇ ਨਾ ਬੇਸ ਤੇ ਮੈਂ ਕੇਸ ਲਿਆ ਸੀ ਆਪਣੀ ਕੁੜੀ ਦੇ ਨਾਂ ਤੇ ਨਾ। ਠੀਕ ਆ। ਤੇ ਕੁੜੀ ਨਾ ਜਦੋਂ ਮੇਰੇ ਲਈ 5 ਸਾਲਾਂ ਦੀ ਮੈਂ ਨਾ ਕੋਰਸ ਕਿਹਾ ਸੀ ਉੱਥੇ ਵੀ ਨਾ ਜਿਵੇਂ ਵਕੀਲ ਨੇ ਵਿਡਰਾਅ ਕਰ ਲਈ ਸੀ ਫਾਈਲ ਤੇ ਉਹਨੇ ਰੀਕਨਸਿਡਰ ਕਰਨਾ ਸੀ ਫਾਈਲ, ਪਰ ਉਹਨਾਂ ਦਾ ਡਿਸੀਜਨ ਮਿਲਿਆ ਲਾਸਟ ਵੀਕ ਉਹਨੇ ਰਿਫਿਊਜ਼ ਕਰਤਾ। ਠੀਕ। ਤੇ ਹੁਣ ਕੀ ਕਰਨਾ ਚਾਹੀਦਾ ਜੀ? ਹੁਣ ਮੇਰਾ ਵਕੀਲ ਕੋਲ ਗਿਆ ਜੀ, ਉਹ ਕਹਿੰਦਾ ਹੁਣ ਦੁਬਾਰਾ ਫੇਰ ਕੋਰਟ 'ਚ ਜਾਣਾ, ਦੁਬਾਰਾ ਕੋਰਟ 'ਚ ਕਹਿੰਦਾ ਫੇਰ ਰਿਫਿਊਜ਼ ਕਰਤਾ। ਨਾ ਇਕੱਲੇ ਨਾਲ ਕੁਛ ਨਹੀਂ ਹੋਣਾ, ਕੀ ਕਰਨਾ ਚਾਹੀਦਾ ਭਾਈ? ਹੁਣ ਇੱਕ ਮੈਨੂੰ ਪ੍ਰੋਬਲਮ ਤੇ ਨਹੀਂ, ਇੱਕ ਦੂਆ ਸਵਾਲ ਭਾਜੀ ਇਹ ਆ ਮੇਰੀ ਵਾਈਫ ਪ੍ਰੈਗਨੈਂਟ ਹੈਗੀ ਹੈ ਤੇ ਮੈਂ ਹਸਪੀਟਲ ਗਿਆ ਜੀ, ਉਹ ਕਹਿੰਦੀ ਕਿ ਨੈਕਸਟ ਟਾਈਮ ਨੂੰ ਆਉਣਾ ਨਾ ਤੁਹਾਨੂੰ ਜਾਂ ਇੱਕ ਵੀਜ਼ੇ ਦੀ ਕਾਪੀ ਤੇ ਇੱਕ ਨਾਲ ਕਾਉਂਸਲ ਦਾ ਪੇਪਰ ਲੈਣਾ ਪੈਣਾ, ਤੇ ਇਹਨਾਂ ਦੀ ਪ੍ਰੋਬਲਮ ਨਹੀਂ ਵੀ ਸਾਨੂੰ? ਜੀ ਤੁਹਾਡੀ ਗੱਲ ਦਾ ਸ਼ੁਕਰੀਆ। ਅਗਰ ਤਾਂ ਤੁਸੀਂ ਇੱਥੇ 7 ਸਾਲ ਪੂਰੇ ਕੀਤੇ ਨੇ ਬੱਚੇ ਨਾਲ ਤਾਂ ਤੁਸੀਂ ਫਿਰ ਐਪਲੀਕੇਸ਼ਨ ਨਾ ਹੋ ਗਈ ਹੈ ਤੇ ਤੁਸੀਂ ਇਸ ਨੂੰ ਅੱਗੇ ਹਾਈ ਕੋਰਟ ਹੀ ਲੈ ਜਾ ਸਕਦੇ ਹੋ, ਅੱਗੇ ਕੋਰਟ 'ਚ ਲੈ ਜਾਓ, ਕੋਰਟ 'ਚ ਤੁਹਾਡੇ ਚਾਂਸਸ ਨੇ ਕਿ ਉੱਥੋਂ ਸਟੇ ਮਿਲ ਜਾਏਗਾ। ਕਿਉਂਕਿ ਹੋਮ ਆਸਟ੍ਰੇਲੀਆ ਅੱਜ ਕੱਲ੍ਹ ਸਾਰੇ ਨਹੀਂ ਐਪਲੀਕੇਸ਼ਨ ਰਿਫਿਊਜ਼ ਕਰ ਰਹੇ ਨੇ ਤੇ ਸਾਡੇ ਖਿਆਲ 'ਚ ਲੀਗਲ ਤਰੀਕਾ ਨਹੀਂ ਹੈ ਰਿਫਿਊਜ਼ ਕਰਨੇ ਦਾ, ਤੁਸੀਂ ਇਸ ਨੂੰ ਕੋਰਟ 'ਚ ਲੈ ਜਾ ਸਕਦੇ ਹੋ। ਤੇ ਅਗਰ ਤੁਹਾਡਾ ਕੋਈ ਕੇਸ ਚੱਲ ਰਿਹਾ ਜਾਂ ਤੁਹਾਡੀ ਮਿਸਿਸ ਦਾ ਕੇਸ ਚੱਲ ਰਿਹਾ, ਉਹ ਪੇਪਰ ਉਹਨੇ ਨੂੰ ਦੱਸ ਸਕਦੇ ਹੋ ਕਿ ਜੀ ਤੁਹਾਡਾ ਕੇਸ ਚੱਲ ਰਿਹਾ ਹੈ। ਤੁਹਾਡੀ ਕਾਲ ਦਾ ਸ਼ੁਕਰੀਆ। ਵੇਖਦੇ ਹਾਂ ਨੈਕਸਟ ਕਾਲਰ ਕੌਣ ਨੇ ਜੀ। Hello, my family came to UK 2002. This year my brother got 2.5 years. My solicitor sent the lawyer sent Home Office 14-day court notice. I was wondering what will happen now, like what will happen in the future. Thank you for your call. Basically it appears that you made an application on the basis of 7 years. So rules are basically made and implemented on 9th of July 2012. So if anybody applied under these rules, and normally it's practice that Home Office grant them 2.5 years stay. So that's a normal basically. So if he going to challenge it, you can challenge it, but at the moment rule say that they are entitled only for 2.5 years stay. Thank you for the call. ਵੇਖਦੇ ਹਾਂ ਸਾਡੇ ਨੈਕਸਟ ਕਾਲਰ ਕੌਣ ਨੇ ਜੀ। ਹੈਲੋ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੈਂ ਬਲਜਿੰਦਰ ਸਿੰਘ ਬੋਲ ਰਿਹਾ ਬਰਮਿੰਘਮ ਤੋਂ। ਜੀ ਜੀ। ਤੇ ਮੈਂ ਨਾ ਪੁੱਛਣਾ ਸੀਗਾ ਵੀ ਮੇਰੇ ਕੋਲ ਬ੍ਰਿਟਿਸ਼ ਨੈਸ਼ਨੈਲਿਟੀ ਆ ਐਂਡ ਮੈਂ ਇੱਥੇ ਜਿੱਦਾਂ ਸਟੂਡੈਂਟ, ਮੇਰੀ ਵਾਈਫ ਸਟੂਡੈਂਟ ਆਈ ਸੀ ਤੇ ਮੈਂ ਇੱਥੇ ਮੈਰਿਜ ਕਰ ਲਈ ਸੀਗੀ ਤੇ ਅਸੀਂ ਜਿੱਦਾਂ ਮੈਰਿਜ ਸੈਟਲਮੈਂਟ ਵਾਸਤੇ ਤੇ 2.5 ਸਾਲ ਦਾ ਵੀਜ਼ਾ ਲੱਗਿਆ ਉਹਨਾਂ ਦਾ। ਹਾਂਜੀ ਠੀਕ ਹੈ। ਹਾਂਜੀ, ਤੇ ਮੈਂ ਪੁੱਛਣਾ ਸੀਗਾ ਵੀ ਇੰਡੈਫੀਨਿਟ ਵਾਸਤੇ ਕਿੰਨੀ ਕੁ ਵੇਟ ਕਰਨੀ ਪਊਗੀ? ਤੁਸੀਂ ਐਪਲੀਕੇਸ਼ਨ ਕਦੋਂ ਪਾਈ ਸੀ? ਅਸੀਂ ਪਾਈ ਸੀਗੀ ਜਿੱਦਾਂ ਲਾਸਟ ਦਸੰਬਰ ਚ ਪਾਈ ਸੀਗੀ। 2013 ਵਿੱਚ ਕਿ 12 ਵਿੱਚ? 13 ਦੇ ਵਿੱਚ ਪਾਈ ਸੀ ਜੀ। ਨਹੀਂ ਜੀ, ਤੁਸੀਂ ਇਹ ਹੋਏਗਾ ਕਿ ਤੁਹਾਨੂੰ ਇਸ ਵੇਲੇ 2.5 ਸਾਲ ਦਾ ਸਟੇ ਮਿਲਿਆ। ਇਹ 2.5 ਸਾਲ ਜਦੋਂ ਪੂਰੇ ਹੋਣਗੇ ਉਸ ਤੋਂ ਕੋਈ ਮਹੀਨਾ ਪਹਿਲੇ ਤੁਸੀਂ ਹੋਰ ਅਪਲਾਈ ਕਰਨਾ, ਇੱਕ ਦਫਾ ਹੋਰ, ਤੇ ਉਹਨਾਂ ਨੂੰ ਹੋਰ 2.5 ਸਾਲ ਦਾ ਸਟੇ ਮਿਲੇਗਾ। ਤੇ ਜਦੋਂ 5 ਸਾਲ ਯੂਕੇ ਉਹ ਪੂਰੇ ਕਰ ਲੈਣਗੇ ਫਿਰ ਉਹ ਇੰਡੈਫਿਨਿਟ ਸਟੇ ਤੇ ਅਪਲਾਈ ਕਰਨਗੇ। ਲੇਕਿਨ ਉਹ ਲੋਕੀ ਜਿਹਨੇ ਐਪਲੀਕੇਸ਼ਨ 9 ਜੁਲਾਈ 2012 ਤੋਂ ਪਹਿਲੇ ਪਾਏ ਸਨ ਤੇ ਤਦੋਂ 2 ਸਾਲ ਦਾ ਰੂਲ ਸੀ, ਲੇਕਿਨ 9 ਜੁਲਾਈ 2012 ਕੀ ਇਹ ਰੂਲ 2 ਸਾਲ ਤੋਂ ਵਧਾ ਕੇ 5 ਸਾਲ ਕਰ ਦਿੱਤਾ। ਉਹਨੂੰ 2.5 ਸਾਲ ਨਾਲ 2 ਵਾਰੀ ਸਟੇ ਦੇਣੇ। ਤੁਹਾਡੀ ਕਾਲ ਦਾ ਸ਼ੁਕਰੀਆ। ਵੇਖਦੇ ਹਾਂ ਸਾਡੇ ਅਗਲੇ ਕਾਲਰ ਕੌਣ ਨੇ ਜੀ।
ਹੈਲੋ ਜੀ, ਮੇਰਾ ਨਾਮ ਮਨਪ੍ਰੀਤ ਕੌਰ ਹੈ ਜੀ, ਤੇ ਮੈਂ ਵਰਕ ਪਰਮਿਟ ਤੇ ਆਈ ਸੀ ਨਰਸਿੰਗ ਦੇ 2002 ਦੇ ਵਿੱਚ, ਤੇ 2007 ਤੋਂ ਲੈ ਕੇ ਮੈਂ ਆਲਰੇਡੀ ਓਵਰਸਟੇਜ ਹਾਂ। ਤੇ ਮੇਰੇ ਹਸਬੰਡ ਵੀ ਆਲਰੇਡੀ ਇਲੀਗਲ ਸੀ, ਤੇ ਮੇਰੇ 2 ਬੱਚੇ ਨੇ 7 ਸਾਲ ਦੇ ਤੇ 2.5 ਸਾਲ ਦੇ ਸੀ। ਮੈਂ ਪੁੱਛਣਾ ਸੀ ਕਿ ਉਸ ਬੇਸ ਤੇ ਹੁਣ ਮੈਂ ਕੇਸ ਪਾ ਸਕਦੀ? ਜੀ ਹਾਂ, ਬਿਲਕੁਲ ਪਾ ਸਕਦੇ ਹੋ, ਕਿਉਂਕਿ ਅਗਰ ਤੁਹਾਨੂੰ ਬੱਚੇ ਨਾਲ ਇੱਥੇ 7 ਸਾਲ ਪੂਰੇ ਹੋ ਗਏ, ਬੜੇ ਬੱਚੇ ਨਾਲ, ਤੇ ਉਸਨੂੰ ਇੱਥੇ ਆਏ 7 ਸਾਲ ਪੂਰੇ ਹੋ ਗਏ, ਤੁਸੀਂ 7 ਸਾਲ ਦੀ ਬੇਸ ਤੇ ਐਪਲੀਕੇਸ਼ਨ ਕਰ ਸਕਦੇ ਹੋ। ਤੇ ਤੁਹਾਨੂੰ ਤਾਂ ਬਹੁਤ ਪਹਿਲੇ ਹੋ ਜਾਣਾ ਚਾਹੀਦਾ ਸੀ, ਕਿਉਂਕਿ ਜਿਹੜੇ ਲੋਕੀ ਵਰਕ ਪਰਮਿਟ ਤੇ ਆਏ ਸਨ ਉਹ ਤੇ 5 ਸਾਲ ਬਾਅਦ ਇੰਟਾਈਟਲ ਸਨ ਅਗਰ ਉਹ ਸ਼ਰਤਾਂ ਪੂਰੀਆਂ ਕਰਨ ਇੰਡੈਫੀਨਿਟ ਸਟੇ ਵਾਸਤੇ, ਲੇਕਿਨ ਤੁਸੀਂ 7 ਸਾਲ ਦੀ ਬੇਸਿਸ ਤੇ ਐਪਲੀਕੇਸ਼ਨ ਕਰ ਸਕਦੇ ਹੋ। ਤੇ ਅਗਰ ਪੂਰੇ ਹੋ ਗਏ 7 ਸਾਲ ਤੇ ਜਿੰਨਾ ਜਲਦੀ ਹੋ ਸਕੇ ਐਪਲੀਕੇਸ਼ਨ ਕਰ ਦਿਓ। ਤੁਹਾਡੀ ਕਾਲ ਦਾ ਸ਼ੁਕਰੀਆ। ਵੇਖਦੇ ਹਾਂ ਅਗਲੇ ਕਾਲਰ ਕੌਣ ਨੇ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ ਭਾਜੀ, ਮੈਂ ਤੁਹਾਨੂੰ ਕੋ ਪੁੱਛਣਾ ਸੀਗਾ, ਜਿੱਦਾਂ ਇੱਥੇ ਸਟੂਡੈਂਟ ਦੇ ਨਾਲ ਵਿਆਹ ਕਰਾਉਂਦੇ ਆ ਤੇ ਉਹਦੇ ਜਿੱਦਾਂ ਬੇਬੀ ਵੀ ਆ ਇੱਕ ਸਟੂਡੈਂਟ ਦੇ, ਇੱਥੇ ਜਿੱਦਾਂ ਮੈਂ ਮੈਰਿਜ ਕਰਾਉਣੀ ਆ ਤੇ ਉਹਦੇ ਬੇਸ ਤੇ ਜਿੱਦਾਂ ਇੱਥੋਂ ਡਿਪੈਂਡੈਂਟ ਦਾ ਕੇਸ ਹੋ ਜਾਂਦਾ ਆ, ਤੇ ਇਹਦੇ ਬਾਰੇ ਮੈਂ ਪੁੱਛਣਾ ਸੀਗਾ। ਤੁਹਾਡਾ ਲੀਗਲ ਸਟੇਟਸ ਕੀ ਹੈ ਇੱਥੇ? ਤੁਹਾਡਾ ਲੀਗਲ ਸਟੇਟਸ ਕੀ ਹੈ? ਇੱਥੇ ਕੱਚੇ ਆ ਭਾਜੀ। ਤੁਸੀਂ ਕੱਚੇ ਹੋ ਤੇ ਖਾਲੀ ਬੇਬੀ ਹੋਇਆ ਹੈ? ਹਾਂਜੀ ਠੀਕ ਹੈ, ਤੁਹਾਡੀ ਕਾਲ ਦਾ ਸ਼ੁਕਰੀਆ। ਹਾਂ, ਤੁਸੀਂ ਅਪਲਾਈ ਕਰ ਸਕਦੇ ਹੋ, ਕਿਉਂਕਿ ਪਹਿਲੀ ਗੱਲ ਕਿ ਓਵਰਸਟੇਅਰ ਇਲੀਗਲ ਤਰੀਕੇ ਨਾਲ ਨਾ ਰਹੋ। ਅਗਰ ਤੁਹਾਡੀ ਮਿਸਿਸ ਇੱਥੇ ਹੈ, ਬੇਬੀ ਇੱਥੇ ਹੈ, ਤੁਸੀਂ ਉਸ ਬੇਸ ਤੇ ਐਪਲੀਕੇਸ਼ਨ ਪਾ ਸਕਦੇ ਹੋ ਕਿ ਤੁਹਾਡਾ ਕੇਸ ਕੰਸੀਡਰ ਕਰਨ। ਜਦੋਂ ਐਪਲੀਕੇਸ਼ਨ ਪਾ ਸਕਦੇ ਹੋ, ਉਸ ਦਾ ਇੱਕ ਫਾਇਦਾ ਹੈ ਕਿ ਤੁਸੀਂ ਲੀਗਲ ਹੋ ਜਾਂਦੇ ਹੋ। ਦੂਸਰਾ ਹੈ ਕਿ ਅਗਰ ਫਿਊਚਰ ਵਿੱਚ ਕੋਈ 2 ਮਹੀਨੇ 4 ਮਹੀਨੇ ਸਾਲ ਵਿੱਚ ਕੋਈ ਐਮਨੈਸਟੀ ਨਿਕਲੇ, ਤੁਸੀਂ ਉਸ ਵਿੱਚ ਕਵਰ ਹੋ ਜਾਓਗੇ। ਤੁਹਾਡੀ ਕਾਲ ਦਾ ਸ਼ੁਕਰੀਆ। ਵੇਖਦੇ ਹਾਂ ਅਗਲੇ ਕਾਲਰ ਕੌਣ ਨੇ ਜੀ। ਹੈਲੋ, ਸਤਿ ਸ਼੍ਰੀ ਅਕਾਲ ਮਲਕ ਸਾਹਿਬ। ਜੀ ਸਤਿ ਸ਼੍ਰੀ ਅਕਾਲ। ਆਪਣੇ ਮਲਕ ਸਾਹਿਬ, ਮੈਨੂੰ ਜਿੱਦਾਂ ਆਏ ਨੂੰ 14 ਸਾਲ ਹੋ ਗਏ, ਮੈਂ ਕੇਸ ਪਾਇਆ ਸੀਗਾ ਲੈਕਸੀ ਦਾ। ਠੀਕ ਹੈ। ਹਾਂਜੀ, ਹੁਣ ਮੈਂ ਕੋਰਟ 'ਚ ਗਿਆ ਸੀਗਾ ਤਾਂ ਕੋਰਟ ਵਾਲਿਆਂ ਨੇ ਮੇਰਾ ਜਿੱਦਾਂ ਹੋਮ ਆਫਿਸ ਨੇ ਕੇਸ ਹੁਣ ਵਿਡਰੋ ਕਰ ਲਿਆ ਕੋਰਟ 'ਚ। ਠੀਕ ਹੈ। ਹਾਂਜੀ, ਹੁਣ ਅੱਗੇ ਕੀ ਹੋਊਗਾ ਜੀ? ਤੁਸੀਂ ਅਸਾਈਲਮ ਕਦੋਂ ਕਲੇਮ ਕੀਤੀ ਸੀ? ਇਹ 2000 ਵਿੱਚ। ਠੀਕ ਹੈ, ਤੁਹਾਡਾ ਤਾਂ ਬਹੁਤ ਪਹਿਲੇ ਸਟੇ ਹੋ ਜਾਣਾ ਚਾਹੀਦਾ ਸੀ, ਕਿਉਂਕਿ 2006 ਗਵਰਨਮੈਂਟ ਸਕੀਮ ਕਰ ਦਿੱਤੀ ਸੀ ਕਿ ਜਿਹਨੇ ਲੋਕਾਂ ਅਸਾਈਲਮ ਐਪਲੀਕੇਸ਼ਨ ਕੀਤੀਆਂ ਉਹਨਾਂ ਨੇ ਕੇਸ ਪੈਂਡਿੰਗ ਹੈ, ਉਹਨੇ ਸਾਰੇ ਨੂੰ ਉੱਥੇ ਸਟੇ ਦੇ ਦੇਣਾ। ਤੁਹਾਡਾ ਬਹੁਤ ਪਹਿਲੇ ਸਟੇ ਹੋ ਜਾਣਾ ਚਾਹੀਦਾ ਸੀ, ਤੇ ਚੰਗਾ ਹੋਇਆ ਕਿ ਹੁਣ ਤੁਸੀਂ ਕੋਰਟ ਚਲੇ ਗਏ ਹੋ, ਤੇ ਚਾਂਸਿਸ ਨੇ ਕਿ ਤੁਹਾਨੂੰ ਹੁਣ ਅਸਲੇ ਸਟੇ ਦੇ ਦੇਣਗੇ। ਤੁਹਾਡੀ ਕਾਲ ਦਾ ਸ਼ੁਕਰੀਆ। ਵੇਖਦੇ ਹਾਂ ਨੈਕਸਟ ਕਾਲਰ ਕੌਣ ਨੇ ਜੀ। ਹੈਲੋ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ, ਮਲਿਕ ਸਾਹਿਬ ਨਾਲ ਗੱਲ ਕਰ ਸਕਦੇ ਜੀ? ਬਿਲਕੁਲ ਗੱਲ ਕਰੋ ਜੀ। ਹਾਂਜੀ जी, क्या पता करना है? जी मलिक साहब, ये पूछना है कि जैसे राइट ऑफ अपील मिलने के बाद तो कितना देर का प्रोसेस होता है ये? राइट ऑफ अपील कहाँ से मिला है? जी, पहले हमने जुडिशियल रिव्यू में अप्लाई किया था, तो उन्होंने कहा कि आप लोग अपना केस वापस लो तो हम आपको 3 महीने में वापस दोबारा करते हैं। अभी हमें लास्ट वीक मुझे मिला कि राइट ऑफ अपील देते हैं आपको रिमूवल डिसीजन। ठीक है, तो इसका ये मतलब है कि उन्होंने आपका केस दोबारा रिफ्यूज कर दिया। अब इसके अलावा आप अपील कर देते हैं, जो कि 7 से 10 दिन के अंदर अंदर अपील कर दें, तो अपील का फैसला तकरीबन 5-6 महीने में होगा। लेकिन उसके लिए यह है कि आपको कोर्ट में जाना पड़ेगा, एक जज आपकी पूरी बात सुनेगा, फिर आपके केस का फैसला करेगा। तो मेरी यही एडवाइस है, जितना जल्दी हो सके इसमें अपील कर दे। कॉल का शुक्रिया। देखते हैं नेक्स्ट कॉलर कौन ने जी। हेलो जी। हेलो जी, भाजी ने गल कर सकते हैं? जी बिल्कुल करो जी। ओके, हेलो जी। ਹੈਲੋ ਭਾਜੀ, ਮੈਂ ਤੁਹਾਨੂੰ ਪੁੱਛਣਾ ਸੀ, ਮੈਂ ਅੱਗੇ ਤੁਹਾਨੂੰ ਪੁੱਛਿਆ ਸੀਗਾ ਕਿ ਮੇਰੇ ਹਸਬੰਡ ਨੇ ਤੁਹਾਡੇ ਨਾਲ ਗੱਲ ਕੀਤੀ ਸੀਗੀ ਕਿ ਉਹਨਾਂ ਨੇ ਆਪਣਾ ਕੇਸ ਪਾਇਆ ਹੋਇਆ ਅੰਦਰ, ਕਿ ਉਹਨਾਂ ਨੂੰ ਜਿੱਦਾਂ ਉਹਨਾਂ ਨੇ ਰੋਂਗ ਜਿੱਦਾਂ ਫਾਰਮ ਭਰਿਆ ਸੀਗਾ, ਪੈਸੇ ਵਾਪਸ ਪਤਾ ਨਹੀਂ ਆਏ ਕਿ ਨਹੀਂ ਆਏ ਹੈਗੇ। ਅਸੀਂ ਪੁੱਛਣਾ ਸੀ ਕਿ ਖੁਦ ਉਹਨਾਂ ਨੂੰ ਫੋਨ ਕਰਕੇ ਪੁੱਛ ਸਕਦੇ ਹਾਂ ਕਿ ਇਸ ਤਰ੍ਹਾਂ ਕਿਉਂ ਹੈਗਾ, ਕਿ ਫੀਸ ਉਹਨਾਂ ਨੂੰ ਉੱਪੜੀ ਹੈਗੀ ਕਿ ਨਹੀਂ, ਅਸੀਂ ਪੁੱਛ ਸਕਦੇ ਜਾਂ ਸਾਡਾ ਜਿਹੜਾ ਸਲਿਸਟਰ ਹੈਗਾ ਉਹ ਪੁੱਛ ਸਕਦਾ, ਉਹਦੇ ਬਾਰੇ ਆਨਸਰ ਕਰ ਸਕਦੇ ਹੋ ਤੁਸੀਂ ਪਲੀਜ਼? ਜੀ ਬਿਲਕੁਲ, ਤੁਸੀਂ ਖੁਦ ਹੀ ਫੋਨ ਕਰਕੇ ਪਤਾ ਕਰ ਸਕਦੇ ਹੋ ਕਿ ਜੀ ਅਸੀਂ ਅਪਲਾਈ ਕੀਤਾ ਸੀ ਫਲਾਂ ਡੇਟ ਨੂੰ, ਸਾਡਾ ਕੇਸ ਤੁਹਾਨੂੰ ਮਿਲਿਆ ਜਾਂ ਨਹੀਂ ਮਿਲਿਆ, ਉਹ ਰਿਕਾਰਡ ਦੇ ਕੇ ਤੁਹਾਨੂੰ ਦੱਸ ਦੇਣਗੇ। ਲੇਕਿਨ ਆਮ ਤੌਰ ਪਰ ਜਿਹੜੀ ਪ੍ਰੈਕਟਿਸ ਹੈ ਕਿ ਉਹ ਜਦੋਂ ਕਿਸੇ ਨਾਲ ਕੇਸ ਵਾਪਸ ਭੇਜ ਦੇਣ, ਉਹ ਫੀ ਵੀ ਨਾਲ ਵਾਪਸ ਭੇਜ ਦੇਣ ਦੂਸਰੇ ਚੌਥੇ ਦਿਨ। ਤਾਂ ਤੁਸੀਂ ਅਗਰ ਨਿਊ ਐਪਲੀਕੇਸ਼ਨ ਪਾਓ, ਫਿਰ ਉਸ ਨਾਲ ਨਈ ਫੀ ਬਣਾ ਕੇ ਭੇਜਣੀ ਪੈਣੀ। ਤੇ ਲੇਕਿਨ ਤੁਸੀਂ ਵੀ ਹੋਮ ਆਫਿਸ ਫੋਨ ਕਰਕੇ ਚੈੱਕ ਕਰ ਸਕਦੇ ਹੋ ਕਿ ਤੁਹਾਡਾ ਕੇਸ ਕਿੱਥੇ ਪਹੁੰਚਿਆ, ਤੁਹਾਨੂੰ ਐਕਨੋਲਜਮੈਂਟ ਕਿਉਂ ਨਹੀਂ ਆਈ, ਜਾਂ ਤੁਹਾਡੇ ਫਿੰਗਰਪ੍ਰਿੰਟਸ ਕਿਉਂ ਨਹੀਂ, ਤੁਸੀਂ ਖੁਦ ਹੀ ਵੀ ਪਤਾ ਕਰ ਸਕਦੇ ਹੋ। ਤੁਹਾਡੀ ਕਾਲ ਦਾ ਸ਼ੁਕਰੀਆ। ਵੇਖਦੇ ਹਾਂ ਨੈਕਸਟ ਕਾਲਰ ਕੌਣ ਨੇ ਜੀ। ਹੈਲੋ ਜੀ। ਹੈਲੋ, ਸਤਿ ਸ਼੍ਰੀ ਅਕਾਲ ਵਕੀਲ ਜੀ। ਸਤਿ ਸ਼੍ਰੀ ਅਕਾਲ। ਵਕੀਲ ਸਾਹਿਬ ਨਾਲ ਗੱਲ ਕਰ ਸਕਦੇ ਜੀ? ਬਿਲਕੁਲ ਗੱਲ ਕਰੋ ਜੀ। ਹਾਂਜੀ, ਮੈਂ ਜੀ ਲੈਕਸੀ ਦਾ ਕੇਸ ਲਾਇਆ ਸੀਗਾ, ਜਿੱਦਾਂ ਮੈਨੂੰ ਟਾਈਮ ਹੋ ਗਿਆ ਲਾਏ ਨੂੰ। ਮੈਂ MP ਸਾਹਿਬ ਤੋਂ ਚਿੱਠੀ ਪਾਈ ਸੀਗੀ। ਅੱਛਾ। ਤੇ ਉਹਨਾਂ ਨੇ ਕਿਹਾ ਵੀ ਜਿੱਦਾਂ ਤੁਹਾਨੂੰ ਅਸੀਂ 6 ਮਹੀਨਿਆਂ ਚ ਕੋਈ ਨਾ ਕੋਈ ਦੱਸਾਂਗੇ, ਜਿੱਦਾਂ ਤੁਹਾਡਾ ਫੈਸਲਾ ਕਰਾਂਗੇ। ਜਿੱਦਾਂ 5ਵਾਂ ਮਹੀਨਾ ਚੱਲਦਾ, ਕਿੰਨਾ ਟਾਈਮ ਲੱਗੂਗਾ ਜੀ? ਜੀ ਤੁਹਾਡਾ ਬਹੁਤ ਪਹਿਲੇ ਹੋ ਜਾਣਾ ਚਾਹੀਦਾ ਸੀ, ਕਿਉਂਕਿ ਹੋਮ ਆਫਿਸ ਨੇ ਇਹ ਕੀਤਾ ਕਿ ਜਿਹੜੇ ਲੋਕ ਲੈਗੇਸੀ ਚਾਹੁੰਦੇ ਸਨ, ਇਹਨਾਂ ਨੇ ਬਹੁਤ ਪਹਿਲੇ ਡਿਸੀਜਨ ਕਰ ਦੇਣੇ ਚਾਹੀਦੇ ਸੀ, ਲੇਕਿਨ ਉਹਨੇ ਨਹੀਂ ਕੀਤੇ। ਤਾਂ ਤੁਸੀਂ ਇਹ ਕਰੋ ਕਿ ਦੁਬਾਰਾ MP ਕੋਲ ਚਲੇ ਜਾਓ, MP ਕੋਲ ਇੱਕ ਹੋਰ ਚਿੱਠੀ ਪਾਵਾਓ ਜਦੋਂ 6 ਮਹੀਨੇ ਪੂਰੇ ਹੋ ਜਾਣ, ਨੈਕਸਟ 3-4 ਵੀਕ ਜਦ ਅਗਰ 6 ਮਹੀਨੇ ਪੂਰੇ ਹੋ ਜਾਣ, ਤੁਹਾਨੂੰ ਕੋਈ ਇਤਲਾ ਨਹੀਂ ਆਣੀ ਹੈ, ਫਿਰ MP ਕੋਲ ਇੱਕ ਹੋਰ ਚਿੱਠੀ ਪਾਵਾਓ ਕਿ ਜੀ 6 ਮਹੀਨੇ ਪੂਰੇ ਹੋ ਗਏ, ਮੇਰੇ ਕੇਸ ਨਾਲ ਕੋਈ ਫੈਸਲਾ ਨਹੀਂ ਹੋਇਆ, ਹੋਮ ਆਫਿਸ ਨੂੰ ਥੋੜਾ ਜਿਹਾ ਚੇਂਜ ਕਰੋ। ਤੁਹਾਡੀ ਕਾਲ ਦਾ ਸ਼ੁਕਰੀਆ। ਵੇਖਦੇ ਹਾਂ ਨੈਕਸਟ ਕਾਲਰ ਕੌਣ ਨੇ ਜੀ।
Hello, sorry I called back. You misunderstood my question. My brother got 2.5 years stay. On which ground? On which ground? He got stay because he stayed in UK for more than half his life. But but myself and my parents didn't get stay yet. So my solicitor challenged the court, and I was wondering what would happen in the court if it did go to that round, because they haven't not retired in 14 days. Yeah, about your brother or about you? About my parents and myself. My brother's over 18. And you got only that brother? You got another brother? No, just myself. Thank you for your call. Basically, your case is very weak, so it's not a strong case. Because if somebody, basically, his family is here, if they got a child under 7, then they are coming under basically the family concession. And in my view, you are not coming under family concession, so that's the Home Office decision seems okay. And Home Office is not going to respond to your case because their normal practice is they just sit on that and wait the 90 days are over. However, you can take it to the in the court because one of the family member is granted permission to stay here. Others should have been granted under human rights, because if one person stays here, if they send other family back, so it will be violation of human rights. So you can take to the court, but Home Office normal practices they don't respond. And make sure that once they make a decision, you have only 90 days to go to the High Court. Thank you for the call. And next caller कौन है जी? ਹੈਲੋ ਜੀ ਮਲਿਕ ਸਾਹਿਬ, ਮੈਂ ਮਨਪ੍ਰੀਤ ਦੁਬਾਰਾ ਬੋਲ ਰਹੀ ਹਾਂ। ਮੇਰਾ ਇਹ ਸਵਾਲ ਪੂਰਾ ਨਹੀਂ ਸੀ ਕਲੀਅਰ ਹੈ ਕਿ ਜਿਹੜਾ 7 ਸਾਲ ਦਾ ਕੇਸ ਹੈ ਉਹਦੇ ਮੈਂ ਪੂਰੀ ਫੈਮਿਲੀ ਦਾ ਲਾਵਾਂ, ਜਾਂ ਕਿਉਂਕਿ ਕਿਸੇ ਹੋਰ ਵਕੀਲ ਨੇ ਕਿਹਾ ਕਿ ਕਾਨੂੰਨ ਆ ਕਿ ਇੱਕ ਬੱਚੇ ਨਾਲ ਇੱਕ ਹੀ ਪੇਰੈਂਟ ਪੱਕਾ ਹੋਏਗਾ। ਉਹ ਮੈਨੂੰ ਕਹਿੰਦਾ ਕਿ ਆਪਣੇ ਹਸਬੈਂਡ ਨੂੰ ਸੈਪਰੇਟ ਸ਼ੋ ਕਰ, ਤੇ ਜਿਹੜਾ 2.5 ਸਾਲ ਦਾ ਮੁੰਡਾ ਉਹ ਵੀ ਨਹੀਂ ਸ਼ੋ ਕਰਨਾ। ਨੇ ਜੋ ਤੁਹਾਨੂੰ ਗਲਤ ਐਡਵਾਈਸ ਕਰ ਰਹੇ ਨੇ, ਸਾਰੇ ਇਕੱਠੇ ਹੀ ਅਪਲਾਈ ਕਰੋ, ਕਿਉਂਕਿ ਜਿਸ ਕਹਿੰਦਾ ਕਾਨੂੰਨ ਹੈ ਕਿ ਇੱਕ ਬੱਚੇ ਨਾਲ ਇੱਕ ਪੇਰੈਂਟ ਪੱਕਾ ਹੋਏਗਾ। ਨਹੀਂ ਤੁਸੀਂ ਇਹ ਕਰੋ ਕਿ ਸਾਰਾ ਇਕੱਠਾ ਅਪਲਾਈ ਕਰ ਦਿਓ, ਕਿਉਂਕਿ ਉਸ ਵਿੱਚ ਫਿਰ ਤੁਸੀਂ ਅਟਕ ਜਾਓਗੇ। ਕਿਉਂਕਿ ਜਿਸ ਨੂੰ ਸਟੇ ਮਿਲੇਗਾ, ਪਹਿਲੇ ਜਿਸ ਤਰ੍ਹਾਂ ਕਾਲਰ ਨੇ ਕਾਲ ਵੀ ਸੀ ਕਿ ਉਹਨਾਂ ਨੂੰ 2.5 ਸਾਲ ਦਾ ਸਟੇ ਮਿਲਿਆ, ਇਸ ਦਾ ਮਤਲਬ ਹੈ 2.5 ਸਾਲ ਨੇ ਮਤਲਬ ਬਾਅਦ 10 ਸਾਲ ਨੂੰ ਇੱਕ ਬੰਦੇ ਨੂੰ ਸਟੇ ਮਿਲੇਗਾ, ਬਾਕੀ ਨਹੀਂ ਕੀ ਹੋਏਗਾ। ਫਿਰ ਬਾਕੀ ਨੇ ਇੱਥੇ ਰਹਿਣ ਨਾਲ ਕੋਈ ਗਰਾਊਂਡ ਨਹੀਂ ਬਣਨਾ ਹੈ। ਇਸ ਵਜ੍ਹਾ ਨਾਲ ਤੁਹਾਡਾ ਇਹ ਹੈ ਕਿ ਫੈਮਿਲੀ ਨਾਲ ਇਕੱਠੇ ਅਪਲਾਈ ਕਰੋ, ਉਸੇ ਤੁਹਾਡੇ ਚਾਂਸਸ ਕਿ ਹੋ ਜਾਣਾ ਚਾਹੀਦਾ। ਅਗਰ ਇੱਕ ਨਾ ਕਰੋਗੇ ਤਾਂ ਫਿਰ ਬਾਕੀ ਅਟਕ ਜਾਣਗੇ, ਉਹਨਾਂ ਨਾਲ ਫਿਰ ਨਹੀਂ ਹੋਊਗਾ। ਕੱਲ ਦਾ ਸ਼ੁਕਰੀਆ। ਵੇਖਦੇ ਹਾਂ ਨੈਕਸਟ ਕਾਲਰ ਕੌਣ ਨੇ ਜੀ। ਹੈਲੋ ਜੀ। ਹੈਲੋ ਜੀ, ਆਕਾਸ਼ ਚੈਨਲ ਜੀ। ਜੀ ਬਿਲਕੁਲ, ਗੱਲ ਕਰੋ ਜੀ। ਹਾਂਜੀ ਜੀ ਜੀ ਹਾਂ, ਤੁਸੀਂ ਗੱਲ ਕਰੋ ਜੀ। ਜੀ ਮੈਂ ਬਿਕਰਮਜੀਤ ਸਿੰਘ ਬੋਲ ਰਿਹਾ ਜੀ। ਅੱਛਾ। ਮੇਰੀ ਬੇਟੀ ਇੱਥੇ ਰਹਿੰਦੀ ਹੈ। ਅੱਛਾ। ਹਾਂਜੀ, ਉਹ ਤੁਸੀਂ ਟੀਵੀ ਨਾ ਦੇਖੋ, ਤੁਸੀਂ ਟੈਲੀਫੋਨ ਤੇ ਗੱਲ ਕਰੋ। ਕੱਲੀ ਹੈਗੀ ਆ ਤੇ ਅਸੀਂ ਇੱਥੇ ਤੁਹਾਡੇ ਪੱਕਾ ਰਹਿਣਾ ਚਾਹੁੰਦੇ ਆ। ਤੁਹਾਡੀ ਏਜ ਕਿੰਨੀ ਹੈ? ਕੀ ਅਸੀਂ ਅਪਲਾਈ ਕਰ ਸਕਦੇ? ਤੁਹਾਡੀ ਏਜ ਕਿੰਨੀ ਹੈ? ਏਜ ਮੇਰੀ ਏਜ ਅਸਲ 62 ਹੈ ਜੀ। 52 ਨਹੀਂ ਜੀ, ਤੁਹਾਡਾ ਪੋਸੀਬਲ ਨਹੀਂ ਹੋਏਗਾ, ਕਿਉਂਕਿ ਉਹ ਸਿਰਫ ਇਸ ਗਰਾਊਂਡ ਤੇ ਇੱਥੇ ਰਹਿ ਸਕਦੇ ਹੋ ਕਿ ਜੀ ਤੁਸੀਂ ਅਗਰ ਉਸ ਤੇ ਡਿਪੈਂਡ ਕਰ ਰਹੇ ਹੋ, ਤੁਹਾਡੀ ਕੋਈ ਸਿਹਤ ਬਹੁਤ ਖਰਾਬ ਹੈ, ਲੇਕਿਨ ਚूंकि ਅਗਰ ਤੁਹਾਡੀ ਉਮਰ ਵੀ ਕਾਫੀ ਘੱਟ ਹੈ, ਇਹ ਪੋਸੀਬਲ ਨਹੀਂ ਹੋਏਗਾ। ਲੇਕਿਨ ਫਿਰ ਵੀ ਕਿਸੇ ਵਕੀਲ ਨਾਲ ਮਸ਼ਵਰਾ ਕਰ ਦਿਓ। ਇਸ ਗੱਲ ਤੇ ਨਹੀਂ ਰਹਿ ਸਕਦੇ ਹੋ ਕਿ ਜੀ ਤੁਹਾਡੀ ਇੱਥੇ ਕੁੜੀ ਕੱਲੀ ਰਹਿ ਰਹੀ ਹੈ। ਅਲਬੱਤਾ ਇੱਕ ਰੂਲ ਹੈ ਕਿ ਅਗਰ ਤੁਸੀਂ ਆਪਣੀ ਕੁੜੀ ਤੇ ਇੱਥੇ ਡਿਪੈਂਡ ਕਰ ਰਹੇ ਹੋ ਔਰ ਤੁਹਾਨੂੰ ਕੋਈ ਕੇਅਰ ਨਹੀਂ ਲੋੜ ਹੈ, ਤੁਹਾਡੀ ਸਿਹਤ ਠੀਕ ਨਹੀਂ ਹੈ, ਫਿਰ ਪੋਸੀਬਿਲਿਟੀ ਹੈ। ਜ਼ਿਆਦਾ ਬਿਹਤਰ ਹੈ ਕਿਸੇ ਵਕੀਲ ਨੂੰ ਮਿਲਿਓ, ਤੁਹਾਨੂੰ ਡਿਟੇਲ ਹੀ ਦੱਸਣਗੇ ਕਿ ਰੂਲਸ ਇਸ ਵਿੱਚ ਕੀ ਨੇ। ਤੁਹਾਡੀ ਕਾਲ ਦਾ ਸ਼ੁਕਰੀਆ। ਵੇਖਦੇ ਹਾਂ ਸਾਡੇ ਨੈਕਸਟ ਕਾਲਰ ਕੌਣ ਨੇ ਜੀ। ਹੈਲੋ, ਹਾਂਜੀ, ਸਾਡੇ ਇੱਕ ਫੈਮਿਲੀ ਮੈਂਬਰ ਆ, ਉਹਨਾਂ ਨੇ 10 ਸਾਲ ਹੋ ਗਏ ਸੀਗੇ ਇੱਥੇ ਤੇ ਅਸਾਈਲਮ ਦਾ ਵੀਜ਼ਾ ਅਪਲਾਈ ਕੀਤਾ ਸੀਗਾ। ਠੀਕ ਹੈ। ਪਰ ਹੁਣ ਕੀ ਹੋਇਆ ਕਿ ਉਹਨਾਂ ਨੂੰ ਇਮੀਗ੍ਰੇਸ਼ਨ ਵਾਲਿਆਂ ਨੇ ਲੈ ਗਏ ਉਹਨਾਂ ਨੂੰ ਚੱਕ ਕੇ ਡਿਟੈਂਸ਼ਨ ਸੈਂਟਰ 'ਚ। ਤੇ ਹੁਣ ਅਸੀਂ ਵਕੀਲ ਨੂੰ ਕਾਫੀ ਪੁੱਛਿਆ ਸੀਗਾ ਕਿ ਸਾਨੂੰ ਦੱਸੋ ਕੀ ਹੋਇਆ। ਉਹ ਕਹਿੰਦਾ ਸੀ ਜਵਾਬ ਨਹੀਂ ਆਇਆ। ਤੇ ਹੁਣ ਬਾਅਦ ਵਿੱਚ ਪੁੱਛਿਆ ਤਾਂ ਉਹ ਕਹਿੰਦਾ ਕਿ ਤੁਹਾਨੂੰ ਲੈਟਰ ਭੇਜਿਆ ਸੀਗਾ, ਅਸੀਂ ਬਸ ਲੈਟਰ ਭੇਜਿਆ ਕਿ ਰਿਫਿਊਜ਼ ਹੋ ਗਿਆ, ਜੋ ਸਾਨੂੰ ਕਦੀ ਮਿਲਿਆ ਨਹੀਂ ਲੈਟਰ। ਅਸਾਈਲਮ ਕਦੋਂ ਕਲੇਮ ਕੀਤੀ ਸੀ? ਕਾਈਂਡ ਆਫ 2005-6 ਸ਼ਾਇਦ। ਉਸ ਦਾ ਤੁਹਾਡੇ ਕੋਲ ਸਬੂਤ ਹੈ? ਉਹ ਜੋ ਵੀ ਕੀਤੇ ਸੀ ਉਹਨੇ ਵਕੀਲ ਨੇ ਸਾਨੂੰ ਇੱਕ ਲੈਟਰ ਦਿੱਤਾ ਸੀਗਾ, ਪਰ ਜਿੱਦਾਂ ਹੁਣ ਅਸੀਂ ਸਾਰੇ ਪੇਪਰ ਪੁੱਛਿਆ ਫਰੈਂਡ ਨੂੰ, ਆਪਣੇ ਨੂੰ ਫੈਮਿਲੀ ਮੈਂਬਰ ਨੂੰ ਪੇਪਰ ਦਿਖਾਓ, ਤੇ ਉਹ ਨੋਰਮਲ ਪੇਪਰ ਹੈ, ਇਹਦੇ ਤੇ ਕੋਈ ਕਨਫਰਮੇਸ਼ਨ ਨਹੀਂਗਾ ਪੂਰਾ। ਨਹੀਂ ਜੀ, ਮੈਂ ਲੱਗਣਾ ਕਿ ਤੁਸੀਂ ਅਸਾਈਲਮ ਕਲੇਮ ਨਹੀਂ ਕੀਤੀ, ਕਿਉਂਕਿ ਅਸਾਈਲਮ ਕਲੇਮ ਕਰਨੇ ਦਾ ਪ੍ਰੋਸੀਜਰ ਹੈ ਕਿ ਖੁਦ ਇਮੀਗ੍ਰੇਸ਼ਨ ਕੋਲ ਜਾਣਾ ਪੈਣਾ ਹੋਮ ਆਫਿਸ ਵਿੱਚ, ਤੇ ਉੱਥੇ ਉਹ ਤੁਹਾਡੇ ਬਾਇਓਮੈਟ੍ਰਿਕਸ ਲੈਣੇ ਤੇ ਉਸੇ ਲਈ ਤੁਹਾਨੂੰ ਇੱਕ ਪੇਪਰ ਇਸ਼ੂ ਕਰ ਦੇਣ, ਇੱਕ ਫੋਟੋ ਵਾਲਾ ਤੁਹਾਡਾ ਇੱਕ ਕਾਰਡ ਵੀ ਇਸ਼ੂ ਕਰ ਦੇਣ, ਤੇ ਪਹਿਲੇ ਪੇਪਰ ਇਸ਼ੂ ਕਰ ਦੇਣ। ਅਗਰ ਤਾਂ ਅਸਾਈਲਮ ਕਲੇਮ ਕੀਤੀ ਸੀ ਮਾਰਚ 2007 ਤੋਂ ਪਹਿਲੇ, ਫਿਰ ਤੁਸੀਂ ਲੈ ਕੇ ਚਾਹ ਰਹੇ ਸੀ। ਅਗਰ ਮਾਰਚ 7 ਤੋਂ ਪਹਿਲੇ ਅਪਲਾਈ ਨਹੀਂ ਕੀਤੀ, ਫਿਰ ਤੁਹਾਡਾ ਕੋਈ ਕੇਸ ਨਹੀਂ ਚੱਲ ਰਿਹਾ। ਤੁਸੀਂ ਇਹ ਕਰੋ, ਕਿਸੇ ਵਕੀਲ ਨਾਲ ਜਾ ਕੇ ਮਿਲੋ, ਉਹਨਾਂ ਨੂੰ ਸਾਰੇ ਪੇਪਰ ਦੱਸ ਕੇ ਐਡਵਾਈਸ ਲੈ ਰਹੇ ਹੋ ਕਿ ਤੁਸੀਂ ਹੁਣ ਕੀ ਕਰ ਸਕਦੇ ਹੋ।
ਠੀਕ ਹੈ, ਤੁਹਾਡੀ ਕਾਲ ਦਾ ਸ਼ੁਕਰੀਆ। ਵੇਖਦੇ ਹਾਂ ਨੈਕਸਟ ਕਾਲਰ ਕੌਣ ਨੇ ਜੀ। हेलो जी। हेलो जी। जी क्या पता करना है जी? जी मैं पता करना है कि मेरे को ब्रिटिश पासपोर्ट है। ठीक है। तो मैं EU जाके अगर बिजनेस करना सेल्फ कोई तो मैं अपनी फैमिली मेरे बच्चे बड़े ने उत्थे बुला सकूंगा मैं? जी हाँ बुला सकते हो, चूंकि जो EU ना कानून है वो UK तो डिफरेंट है। तो अगर UK 18 तो ज्यादा हो फिर बच्चे ने उत्थे बुला सकते हो। अगर UK जाने हो बाहर किसी कंट्री जाने हो उत्थे जाके अगर तुसी कोई सैटल हो जाने हो तो उत्थों फिर चांसेस हैं कि तुसी अपने डिपेंडेंट बच्चे ਨੂੰ उत्थे बुला सकते हो। तो ये पहले चेक कर लियो कि केड़ी कंट्री जाओगे उत्थे ने रूल्स केड़े ने, चूंकि हर कंट्री ने थोड़े अलग अलग रूल्स ने, ये पहले चेक कर लियो। तो पॉसिबिलिटी है ताड़ी उत्थे। कल दा शुक्रिया। दूसरी गल भी ताड़ी है कि अगर तुसी उत्थे कुछ अरसा रहो, जिस तरह फर्ज करो 6 महीने साल तो ज्यादा रह जाओ, तो फिर अगर वापस UK आओ फिर तुसी EU सैटल EU पर्सन मने जाओगे। लेकिन उस वास्ते है कि बच्चे पहले ताड़े नाल उत्थे ज्वाइन करन फिर ताड़े डिपेंडेंट UK भी आ सकते हैं। कल दा शुक्रिया। वेखते हैं साढ़े नैक्सट कॉलर कौन ने जी। हेलो हेलो जी। सत श्री अकाल जी। जी सत श्री अकाल जी। मैं लूटर तो बोलदा ਬੱਬੂ जी। ਜਿੱਦਾਂ ਹੁਣ ਤੇ ਕਾਨੂੰਨ ਚੱਲੇ ਕਹਿੰਦੇ 5 ਸਾਲ ਵਾਲੇ ਕਹਿੰਦੇ ਲਾ ਸਕਦੇ ਤੇ ਮੈਂ ਵਿਜ਼ਿਟ ਆਇਆ ਸੀ, 4.5 ਸਾਲ ਹੋ ਗਏ ਆਏ ਜੀ। ਇਹਦਾ ਕਾਨੂੰਨ ਨਿਕਲਿਆ ਕੋਈ? जी हाँ तुसी ला सकते हो, चूंकि वो आदमी जो UK आए ना, पहली गल के कदे भी इतने ओवरस्टे नहीं रहना चाहिए। जदों बंदा इतने पहुंचा वीजा खत्म होने तो पहले केस ला देना चाहिए ना। अगर वीजे बगैर आए तो फिर भी इतने कोई ना कोई अप्लाई कर देना चाहिए ना। पर अगर तुहानू इतने 5 साल हो गए तुसी अपने आप थोड़ा जिहा एस्टैबलिश किया है तो तुसी इतने अपना केस ला सकते हो, एप्लीकेशन कर सकते हो। तुहाडी कॉल दा शुक्रिया। वेखते हैं नैक्सट कॉलर कौन ने जी। ਹੈਲੋ ਮਲਕ ਸਾਹਿਬ ਜੀ। ਭਾਜੀ ਮੈਂ ਪੁੱਛਣਾ ਸੀ ਕਿ ਜਿਹੜਾ ਜਿੱਦਾਂ ਮੇਰਾ ਪਹਿਲਾਂ ਕੇਸ ਚੱਲਦਾ ਸੀ ਇੱਥੇ, ਠੀਕ ਹੈ, ਤੇ ਮੇਰੀ ਵਾਈਫ ਆਈ ਸੀ ਸਟੂਡੈਂਟ, ਮੈਂ ਉਹਨਾਂ ਮੈਰਿਜ ਕਰਾਈ ਸੀ, ਮੈਰਿਜ ਰਜਿਸਟਰ ਸੀ ਸਾਡੀ, ਤੇ ਹੁਣ ਉਹਨਾਂ ਦਾ ਵੀਜ਼ਾ ਖਤਮ ਹੋਣੇ ਵਾਲਾ ਤੇ ਮੇਰੀ ਬੇਟੀ ਹੈਗੀ ਹਜੇ 2 ਸਾਲ ਦੀ, ਠੀਕ, ਤੇ ਹੁਣ ਅੱਗੇ ਜਦ ਤੱਕ 7 ਸਾਲ ਦੀ ਨਹੀਂ ਹੁੰਦੀ ਉਹਦਾ ਗੈਪ ਅਸੀਂ ਪੂਰਾ ਕਰਨਾ। ਹੁਣ ਕੋਈ ਮੇਰਾ ਇੱਥੇ ਕੇਸ ਚੱਲ ਰਿਹਾ ਅੱਗੇ, ਠੀਕ, ਤੇ ਮੇਰੇ ਫਿੰਗਰ ਵੀ ਹੋਏ ਸੀ। ਅੱਛਾ। ਤੇ ਹੁਣ ਮੈਂ ਆਪਣੀ ਵਾਈਫ ਦਾ ਕੇਸ ਲਾਣਾ ਕਿ ਮੈਨੂੰ ਬੇਟੀ ਦਾ ਵੀ ਨਾਲ ਲਾਣਾ ਪਊਗਾ ਉਹਨਾਂ ਗੈਪ ਪੂਰਾ ਹਜੇ ਕਰਨ ਨੂੰ, ਕਿ ਕਿੱਦਾਂ ਕਰਨੀ ਪਊਗੀ ਮੈਨੂੰ? ਤਾਂ ਤੁਸੀਂ ਕਦੋਂ ਆਏ ਸੀ UK? ਮੈਂ UK ਆਇਆ ਨੂੰ 2007 ਚ ਆਇਆ ਸੀ। ठीक है, ताड़ी कल का शुक्रिया। अगर तुसी चाहो कि ताड़े डिपेंडेंट तौर पर इत्थे रह रहे हैं तो तुसी उन्हें ना केस भी अपने नाल ला सकते हो कि जी मेरी जी एप्लीकेशन और पेंडिंग है, तो जदों तक मेरी एप्लीकेशन का फैसला नहीं होना तो उन्होंने मेरे डिपेंडेंट इत्थे कंसीडर किए जान, तुसी उन्हें ना केस एज ए डिपेंडेंट अपना अप्लाई कर सकते हो। ताड़ी कल का शुक्रिया जी। जी गल करो जी। हाँ नमस्ते भाजी, मैं गल पूछनी सी जी। हाँ जी, मेरा बच्चा लड़का है 22 साल का इंडिया च, ठीक है, हाँ जी, तो बीकॉम पढ़ता पे है, तो लास्ट ईयर बीकॉम का, ठीक है, हाँ जी। तो मैं उन्होंने जे इत्थे स्पॉन्सर करा जां जिन्ना पढ़ाई दे बेस ते टूरिस्ट सिखना चाहता है लंदन दे विच आके, ठीक, तो मैं सेकंड मैरिड लंदन दे विच करवाई हुई सा, ठीक, 4 साल हो गए ने, ठीक है। ते मेरा बच्चा किस तरह आ सकदा उधरों? जी वो पढ़ने वास्ते ताड़ा डिपेंडेंट तो नहीं आ सकना, चूंकि जेडे बच्चे ओवर 18 और डिपेंडेंट नहीं आ सकने, लेकिन वो पढ़ने वास्ते आ सकना। उस वास्ते 3 बड़ियां शर्तां ने। एक शर्त है कि उसने या ताड़े बैंक अकाउंट में कोई 10,000 पाउंड तो ज्यादा रकम होनी चाहिए। दूसरी शर्त है कि उस इंग्लिश टेस्ट जिसनों B1 कहने वो पास किया हुआ है। तीसरी शर्त है कि उसना इत्थे एडमिशन हो चुका है किसी यूनिवर्सिटी या किसी कॉलेज। ये अगर 3 शर्तां पूरियां करनियां तो वो एज ए स्टूडेंट इत्थे आ सकता है। ताड़ी कल का शुक्रिया। वेखदे हां नैक्सट कॉलर कौन ने जी। हेलो हेलो जी। हाँ जी, मलिक साहब ना गल करोगे जी? बिल्कुल गल करो जी। जी हाँ जी जी गल करो जी। हाँ जी भाजी मैं सत श्री अकाल, मेरा नाम संदीप है ते मेरी 21 ईयर्स ओल्ड उम्र है। मैं लंदन च 2006 दिसंबर च असैलम कराया सी, ठीक है, ते ओदे बाद मैनू उन्होंने 1 साल का वीजा दिता which expired in 2008 January. Expired in February, and I applied for extension in January 2008. And ever since, I got one letter from Home Office saying my case will be dealt before 2011 summer. And after the summer, I was told that yeah, my case is ongoing, but I had no response from them up till August. 29th of August, my older brother. He lived in Paris and he passed away over here in Paris. So I had to come to his funeral, and I tried to go to every approach possible
for example, I went to the Member of Parliament, I went to the Okay, so what's the French question Authority, now? I went to Indian Embassy. Okay, so what's the question now? The question is that I'm in Paris currently and I'm stuck here. I wanna be able to get back in England, but so where are you now? If I get back in England somehow, like let's say, the dodgy way, would my case be reconsidered? No. Thank you for the call. Basically, once you left the UK and your case is basically finished from here, they have closed your file. And the second thing is, keep in mind, coming to the UK illegally is a criminal offence. If they catch you, you basically face prison here. So the best thing is just take a legal advice from somewhere and then see what can you do. Thank you for the call. ਵੇਖਦੇ ਹਾਂ ਸਾਡੇ ਅਗਲੇ ਕਾਲਰ ਕੌਣ ਨੇ ਜੀ? ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ। ਅੱਛਾ ਵੀਰੇ, ਮੇਰਾ ਦੋਸਤ ਆ, ਉਹ 2003 ਦੇ ਵਿੱਚ ਇੱਥੇ ਆਇਆ ਸੀਗਾ। ਠੀਕ ਹੈ। ਉਹਦੇ ਉਹ ਫੜਿਆ ਗਿਆ ਸੀ, ਡੋਰ ਫੜਿਆ ਗਿਆ ਸੀ ਤੇ ਉਹਨੂੰ ਪੁਲਿਸ ਨੇ ਆਸਟ੍ਰੇਲੀਆ ਦੇ ਵਿੱਚ ਭੇਜਤਾ, ਉਹਨੂੰ ਹੋਟਲ ਦਿੱਤਾ ਸੀਗਾ। ਅੱਛਾ। ਉਹ ਹੋਟਲ ਦੇ ਵਿੱਚੋਂ ਤਕਰੀਬਨ ਭੱਜ ਗਿਆ ਇੱਕ ਹਫ਼ਤੇ ਦੇ ਵਿੱਚ। ਠੀਕ। ਉਸ ਤੋਂ ਬਾਅਦ ਉਹਨੂੰ 2007 ਚ ਆਇਆ ਤਾਂ 5 ਸਾਲ ਹੋਏ ਉਹਨੂੰ ਕੇਸ ਲਾਏ ਨੂੰ। ਠੀਕ। ਤੇ ਦੁਬਾਰਾ ਉਹਨੇ ਕੇਸ ਅਪਲਾਈ ਕੀਤਾ। ਅੱਛਾ। ਉਹਨੇ 5 ਸਾਲ ਦੇ ਵਿੱਚ ਕੋਈ ਆਇਆ ਨਾ, ਉਹਨਾਂ ਨੇ ਇੱਕ ਲੈਟਰ ਆਇਆ ਸੀ ਵੀ ਤੇਰਾ ਅਸੀਂ ਕੇਸ ਐਕਸੈਪਟ ਕੀਤਾ ਜਾਂ ਕਿੱਦਾਂ ਆ। ਉਹ ਦੁਬਾਰਾ ਉਹਨੇ ਫਿੰਗਰ ਕਢਾਏ ਉਹਦੇ ਵਕੀਲ ਦੇ ਨਾਲ। ਉਹਦਾ ਵਕੀਲ ਹੁਣ ਤੱਕ 6 ਮਹੀਨੇ ਬਾਅਦ ਲੈਟਰ ਭੇਜ ਦਿੰਦਾ, ਉਹਦਾ ਕੋਈ ਜਵਾਬ ਨਹੀਂ ਦਿੰਦੇ। ਇਹਦਾ ਕੀ ਹੋ ਸਕਦਾ? ਪਹਿਲਾ ਕੁਐਸਚਨ ਇਹ ਆ। ਦੂਸਰਾ ਕੁਐਸਚਨ ਇਹ ਆ, ਮੇਰੇ ਦੋਸਤ ਜੀ ਤਾਂ ਉਹਦੀ ਵਾਈਫ ਟੂਰਿਸਟ ਵੀਜ਼ੇ ਤੇ ਆਈ ਸੀ, ਉਹਨਾਂ ਕੇ ਵਿਆਹ ਕਰਾਇਆ ਸੀਗਾ। ਇੱਥੇ ਦੇ ਤਕਰੀਬਨ 3 ਬੇਬੀ ਆ ਔਰ ਰਜਿਸਟਰ ਮੈਰਿਜ ਹੋਇਆ ਆ। ਉਹ ਦੁਬਾਰਾ ਪਾਸਪੋਰਟ ਭੇਜਣਾ, ਉਹਦੇ ਇੰਡੈਫੀਨਿਟ ਲੱਗੂਗੀ ਜਾਂ ਉਹਦਾ ਵੀਜ਼ਾ ਲੱਗੂਗਾ? ਇਹ ਦੋ ਕੁਐਸਚਨ में जवाब। उसके कितना वीजा पहले लगा है? ਉਹਦਾ ਪਹਿਲਾਂ ਲੱਗਾ ਸੀ 27 ਮਹੀਨੇ ਦਾ। कितने ना? 27 ਮਹੀਨੇ ਦਾ, 3 ਸਾਲ ਦਾ। ठीक है जी, ਤੁਹਾਡੀ ਕਾਲ ਦਾ ਸ਼ੁਕਰੀਆ। ਜਿੱਥੇ ਤੱਕ ਪਹਿਲੇ ਕੇਸ ਨਾਲ ਤਾਲੁਕ ਹੈ, ਅਗਰ ਤੁਸੀਂ ਐਪਲੀਕੇਸ਼ਨ ਕੀਤੀ ਐਸੀ ਅਸਾਈਲਮ ਨਹੀਂ 2007 ਤੋਂ ਪਹਿਲੇ, ਮਾਰਚ 7 ਤੋਂ ਪਹਿਲੇ, ਫਿਰ ਤੁਸੀਂ ਲੈਗੇਸੀ ਚ ਆ ਰਹੇ ਹੋ, ਤੇ ਅਗਰ ਅਸਾਈਲਮ ਨਹੀਂ ਸਾ ਕਲੇਮ ਕੀਤਾ ਫਿਰ ਲੈਗੇਸੀ ਚ ਨਹੀਂ ਆ ਰਹੇ ਹੋ, ਤਾਂ ਜ਼ਿਆਦਾ ਬਿਹਤਰ ਹੈ ਕਿਸੇ ਵਕੀਲ ਨੂੰ ਪੇਪਰ ਦੱਸ ਕੇ ਐਡਵਾਈਸ ਕਰ ਲਿਓ ਕਿ ਤੁਸੀਂ ਵਾਕਈ ਅਸਾਈਲਮ ਕਲੇਮ ਕੀਤੀ ਹੈ ਨਹੀਂ ਕੀਤੀ ਹੈ। ਖਾਲੀ ਅਗਰ ਫਿੰਗਰਪ੍ਰਿੰਟਸ ਹੋਣ ਤਾਂ ਉਹ ਅਸਾਈਲਮ ਨਹੀਂ ਹੋਣੀ ਹੈ। ਜਿੱਥੇ ਤੱਕ ਤੁਹਾਡੇ ਮਿੱਤਰ ਨਾਲ ਤਾਲੁਕ ਹੈ, ਅਗਰ ਜਦੋਂ ਉਹਨੇ ਐਪਲੀਕੇਸ਼ਨ ਕੀਤੀ ਤਾਂ ਇੱਥੇ ਲੀਗਲ ਨਹੀਂ ਸਨ, ਤਾਂ ਉਹਨਾਂ ਨੂੰ 3 ਸਾਲ ਦਾ ਸਟੇ ਮਿਲਿਆ। ਇਸ ਦਾ ਮਤਲਬ ਹੈ ਕਿ ਉਹਨਾਂ ਨੂੰ ਡਿਸਕ੍ਰਿਸ਼ਨਲੀ ਮਿਲੀ 3 ਸਾਲ ਨਹੀਂ। ਜਦੋਂ ਇਹ 3 ਸਾਲ ਪੂਰੇ ਹੋ ਜਾਣਗੇ, ਉਹਨੇ ਕੀ ਹੋਰ 3 ਸਾਲ ਅਪਲਾਈ ਕਰਨਾ ਪਏਗਾ, ਤੇ ਜਦੋਂ 6 ਸਾਲ ਪੂਰੇ ਕਰਨਗੇ ਤਦੋਂ ਇੰਡੀਪੈਂਡੈਂਟ ਸਟੇਟ ਸੇ ਅਪਲਾਈ ਕਰ ਸਕਣਗੇ। ਤੁਹਾਡੀ ਕਾਲ ਦਾ ਸ਼ੁਕਰੀਆ। ਵੇਖਦੇ ਹਾਂ ਨੈਕਸਟ ਕਾਲਰ ਕੌਣ ਨੇ ਜੀ? ਹੈਲੋ, ਹਾਂਜੀ ਮਲਿਕ ਸਾਹਿਬ ਜੀ। ਮੈਂ ਦੁਬਾਰਾ ਕਾਲ ਕਰ ਰਿਹਾ ਹਾਂ। ਪੁੱਛਣਾ ਸੀਗਾ, ਜਿਸ ਤਰ੍ਹਾਂ ਮੈਂ ਸਾਡੇ ਕੋਲ ਯੂਰਪੀਅਨ ਪਾਸਪੋਰਟ ਆ, ਮੇਰੀ ਵਾਈਫ ਨੂੰ, ਸਾਰੀ ਫੈਮਿਲੀ ਕੋ, ਤੇ ਮੈਂ ਬਿਜ਼ਨਸ ਕਰਦਾ, ਤੇ ਜਿਸ ਤਰ੍ਹਾਂ ਮੇਰੀ ਵਾਈਫ ਨੂੰ ਬਾਅਦ ਚੋਂ ਪੈਨਸ਼ਨ ਉਹ ਕੰਮ ਨਹੀਂ ਕਰਦੀ, ਜਿਸ ਤਰ੍ਹਾਂ ਬੱਚਿਆਂ ਦੀ ਕੇਅਰ ਕਰਦੀ ਹੈ, ਬਾਅਦ ਚੋਂ ਆਉਣ ਵਾਲੇ ਟਾਈਮ ਦੇ ਫਿਊਚਰ ਦੇ ਵਿੱਚ ਉਹ ਪੈਨਸ਼ਨ ਦੀ ਹੱਕਦਾਰ ਹੈਗੀ? जी, ਤੁਹਾਡੀ ਕਾਲ ਦਾ ਸ਼ੁਕਰੀਆ। ਹਾਂ, ਇੱਥੇ ਜਿਹੜੀ ਬੇਸਿਕ ਪੈਨਸ਼ਨ ਹੈ ਉਹ ਤਾਂ ਤਕਰੀਬਨ ਹਰ ਆਦਮੀ ਕੀ ਲੱਭ ਜਾਣੀ ਹੈ, ਅਗਰ 65 ਤੋਂ ਸਾਰਾ ਅਗਰ ਥੋੜੀ ਬਹੁਤ ਕੰਟਰੀਬਿਊਸ਼ਨ ਹੈ, ਲੇਕਿਨ ਉਸ ਤੋਂ ਬਾਅਦ ਉਹ ਤੁਹਾਡੀ ਜਿਹੜੀ ਇਨਕਮ ਹੋਣੀ ਹੈ, ਜਿਹੜੀ ਤੁਹਾਡੀ ਐਨਆਈ ਕੰਟਰੀਬਿਊਸ਼ਨ ਹੈ, ਉਹ ਅਸੈਸ ਕਰਨ ਤੇ ਉਸ ਮੁਤਾਬਕ ਫਿਰ ਉਹ ਕੈਲਕੂਲੇਟ ਕਰਨ ਕਿ ਤੁਹਾਡੀ ਕਿੰਨੀ ਪੈਨਸ਼ਨ ਹੈ। ਵੈਸੇ ਇਸ ਕੰਟਰੀ 'ਚ ਹਰ ਬੰਦੇ ਕੀ ਇੱਥੇ ਪੈਨਸ਼ਨ ਲੱਭ ਜਾਣੀ ਹੈ। ਕਾਲ ਦਾ ਸ਼ੁਕਰੀਆ। ਵੇਖਦੇ ਹਾਂ ਨੈਕਸਟ ਕਾਲਰ ਕੌਣ ਨੇ ਜੀ? ਹੈਲੋ ਜੀ। ਹੈਲੋ ਜੀ ਜੀ, ਕੀ ਪਤਾ ਕਰਨਾ ਹੈ? ਹਾਂਜੀ, ਮੈਂ 2009 ਚ ਸਟੂਡੈਂਟ ਵੀਜ਼ੇ ਤੇ ਆਈ ਸੀ। ਠੀਕ ਹੈ। ਹਾਂਜੀ, ਤੇ ਮੇਰੇ ਫਿਰ ਨਾ ਬ੍ਰਿਟਿਸ਼ ਨੈਸ਼ਨਲ ਨਾਲ ਮੈਰਿਜ ਹੋ ਗਈ ਸੀ ਇੱਥੇ। ਅੱਛਾ। ਤੇ ਫਿਰ ਅਸੀਂ ਨਾ ਅਪਲਾਈ ਕੀਤਾ ਸੀਗਾ, ਤੇ ਉਹ ਫਿਰ ਇਨਕਮ ਕਰਕੇ ਨਾ ਰਿਫਿਊਜ਼ ਕਰ ਦਿੱਤਾ ਸੀ ਉਹਨਾਂ ਨੇ 2 ਵਾਰੀ। ਅੱਛਾ। ਤੇ ਹਾਂਜੀ, ਹੁਣ ਨਾ ਸਾਡੇ ਵਕੀਲ ਨੇ ਜੁਡੀਸ਼ੀਅਲ ਰਿਵਿਊ ਵਿੱਚ ਪਾਇਆ ਆ, ਤੇ ਕਾਫੀ ਟਾਈਮ ਹੋ ਗਿਆ, 4 ਮੰਥਸ, ਅਜੇ ਤੱਕ ਕੁਝ ਆਇਆ ਨਹੀਂ ਰਿਪਲਾਈ। ਤੇ ਤੁਹਾਡੇ ਕੋਲ ਬੇਬੀ ਵਗੈਰਾ ਹੈ ਕੋਈ ਨਹੀਂ? ਨਹੀਂ, ਬੇਬੀ ਨਹੀਂ। जी, ਤੁਹਾਡੀ ਕਾਲ ਦਾ ਸ਼ੁਕਰੀਆ। ਅਗਰ ਜੋੜਸ਼ੀ ਰਿਵਿਊ ਪਾਇਆ ਤੇ ਅਸੀਂ ਤਕਰੀਬਨ 6-7 ਮਹੀਨੇ ਲੱਗ ਜਾਣੇ, ਲੇਕਿਨ ਵੇਟ ਕਰੋ, ਦੇਖੋ ਜੋੜਸ਼ੀ ਰਿਵਿਊ ਨਾਲ ਕੀ ਫੈਸਲਾ ਹੋਣਾ। ਲੇਕਿਨ ਜਿਹੜੇ ਇਮੀਗ੍ਰੇਸ਼ਨ ਰੂਲਸ ਹਨ ਉਹ ਇਹ ਕਹਿਣ ਕਿ ਅਗਰ ਕੋਈ ਸਟੂਡੈਂਟ ਦੀ ਸ਼ਾਦੀ ਹੋਣੀ ਬ੍ਰਿਟਿਸ਼ ਨੈਸ਼ਨਲ ਨਾਲ, ਉਹ ਜਿਹੜਾ ਸਪਾਂਸਰ ਹੈ ਉਸਦੀ ਇਨਕਮ 18,600 ਤੋਂ ਜ਼ਿਆਦਾ ਹੋਣੀ ਚਾਹੀਦੀ, ਉਸ ਤੋਂ ਘੱਟ ਹੋਵੇ ਫਿਰ ਉਹ ਵੀਜ਼ਾ ਨਹੀਂ ਦੇਣ। ਤੇ ਜੋੜਸ਼ੀ ਰਿਵਿਊ ਵਿੱਚ ਜਾਓਗੇ, ਜੱਜ ਵੀ ਇਹ ਕਹੇਗਾ ਕਿ ਜੀ ਤੁਸੀਂ ਕਾਨੂੰਨ ਫਾਲੋ ਕਰੋ। ਤੇ ਬਾਹਰ ਅਗਰ ਜੋੜਸ਼ੀ ਰਿਵਿਊ ਤੁਸੀਂ ਗਏ ਹੋ ਤਾਂ ਉਸ ਵਿੱਚ 2-4 ਮਹੀਨੇ ਹੋਰ ਲੱਗ ਜਾਣੇ, ਕਿਉਂਕਿ 6-7 ਮਹੀਨੇ 'ਚ ਫੈਸਲਾ ਹੋ ਜਾਣਾ ਜੋੜਸ਼ੀ ਰਿਵਿਊ ਨਾਲ। ਤੁਹਾਡੀ ਕਾਲ ਦਾ ਸ਼ੁਕਰੀਆ। ਵੇਖਦੇ ਹਾਂ ਨੈਕਸਟ ਕਾਲਰ ਕੌਣ ਨੇ ਜੀ? ਹੈਲੋ ਮਾਨ ਸਾਹਿਬ, ਕਿੱਦਾਂ? ਠੀਕ ਹੋ ਜੀ? ਜੀ ਠੀਕ ਜੀ। ਮਾਨ ਸਾਹਿਬ, ਮੈਨੂੰ ਆਈ ਨੂੰ ਮੈਂ 2002 ਦਾ ਇੱਥੇ ਆਇਆ ਹਾਂ। ਅੱਛਾ। ਤੇ ਮੇਰਾ ਪਰ ਮੇਰੇ ਕੋਲ ਕੇਸ ਨਹੀਂ ਲਾਇਆ। ਠੀਕ। ਤੇ ਮੇਰਾ ਡਾਕਟਰੀ ਕਾਰਡ ਹੈਗਾ ਆ 2004 ਦਾ ਬਣਿਆ। ਠੀਕ ਹੈ। ਤੇ ਮੈਂ ਕੰਟੀਨਿਊ ਹਸਪੀਟਲ ਵੀ ਜਾਂਦਾ ਆ, ਤੇ ਮੇਰੀ ਮੈਰਿਜ ਹੋਈ ਵੀ 4 ਸਾਲ ਹੋ ਗਏ, ਮੇਰੀ 3 ਸਾਲ ਦੀ ਡਾਕਟਰ ਆ। ਠੀਕ ਠੀਕ।
ਤੇ ਕੋਈ ਮੇਰਾ ਚਾਂਸ ਬਣਦਾ ਹੈ ਲਾਉਣ ਦਾ ਕੇਸ, ਜਾਂ ਮੈਂ ਵੇਟ ਕਰਾਂ ਹਲੇ? ਜੀ ਤੁਹਾਡੀ ਗੱਲ ਦਾ ਸ਼ੁਕਰੀਆ। ਹਾਂ ਤੁਹਾਡਾ ਕੇਸ ਬਣਨਾ, ਤੁਸੀਂ ਗਲਤੀ ਇਹ ਕੀਤੀ ਕਿ ਅਗਰ ਤੁਸੀਂ ਸਭ ਤੋਂ ਪਹਿਲੇ ਕੋਈ ਕੇਸ ਲਾਇਆ ਹੋ ਨਾ, ਤੁਹਾਡਾ ਸਟੇ ਹੋ ਗਿਆ ਹੋਣਾ, ਕਿਉਂਕਿ ਉਹ ਲੋਕੀ ਜਿਹਨੇ ਮਾਰਚ ਸਭ ਤੋਂ ਪਹਿਲੇ ਕੇਸ ਲਾਏ ਉਹਨੇ ਤਕਰੀਬਨ ਕਾਫੀ ਲੋਕਾਂ ਨੇ ਸਟੇ ਹੋ ਗਏ, ਤੁਹਾਡਾ ਵੀ ਹੋ ਜਾਣਾ ਚਾਹੀਦਾ ਸੀ। ਤੁਹਾਡੀ ਚੁੱਕੇ ਇੱਥੇ ਡਾਕਟਰ ਵੀ ਹੈ ਜਿਹੜੀ ਬ੍ਰਿਟਿਸ਼ ਹੈ, ਸਿਹਤ ਵੀ ਠੀਕ ਨਹੀਂ ਹੈ, ਫੈਮਿਲੀ ਨਾਲ ਰਹਿ ਰਹੇ ਹੋ, ਤੁਸੀਂ ਹਿਊਮਨ ਰਾਈਟਸ ਵਿੱਚ ਐਪਲੀਕੇਸ਼ਨ ਲਾ ਸਕਦੇ ਹੋ। ਤੇ ਜਿੰਨਾ ਜਲਦੀ ਹੋ ਸਕੇ ਆਪਣੇ ਸਟੇ ਨੂੰ ਰੈਗੂਲਰਾਈਜ਼ ਕਰਨੇ ਦੀ ਟਰਾਈ ਕਰੋ, ਕੋਸ਼ਿਸ਼ ਕਰੋ। ਤੁਹਾਡੀ ਕਾਲ ਦਾ ਸ਼ੁਕਰੀਆ। ਵੇਖਦੇ ਹਾਂ ਨੈਕਸਟ ਕਾਲਰ ਕੌਣ ਨੇ ਜੀ। ਹੈਲੋ ਜੀ। ਹਾਂਜੀ ਜੀ ਕੀ ਪਤਾ ਕਰਨਾ ਹੈ ਜੀ? ਉਹ ਹਾਂਜੀ ਅਸੀਂ ਪਤਾ ਕਰਨਾ ਸੀ, ਮੈਂ ਤਾਂ ਬ੍ਰਿਟਿਸ਼ ਨੈਸ਼ਨਲ ਹਾਂ, ਮੇਰੀ ਵਾਈਫ ਇੰਡੀਅਨ ਨੈਸ਼ਨਲ। ਠੀਕ। ਤੇ ਅਸੀਂ ਪਤਾ ਕਰਨਾ ਸੀ ਕਿ ਜੇ ਅਸੀਂ ਚਾਹੀਏ ਉਹਨਾਂ ਦੇ ਮੇਰੀ ਵਾਈਫ ਦੇ ਪੇਰੈਂਟਸ ਨੂੰ ਇੱਥੇ ਬੁਲਾਉਣ ਵਾਸਤੇ, ਪੱਕੇ ਕਰਕੇ ਜਾਂ ਹਾਲੀਡੇਜ਼ ਤੇ? ਹਾਂਜੀ ਪੱਕੇ ਜਾਂ ਹਾਲੀਡੇਜ਼ ਤੇ? ਪੱਕੇ ਵਾਸਤੇ। ਅੱਛਾ, ਤੇ ਤੁਸੀਂ ਕੀ ਪਤਾ ਕਰਨਾ ਚਾਹੁੰਦੇ ਹੋ? ਹਾਂਜੀ ਤੁਸੀਂ ਕੀ ਪਤਾ ਕਰਨਾ ਚਾਹੁੰਦੇ ਹੋ? ਅਸੀਂ ਪਤਾ ਕਰਨਾ ਚਾਹੁੰਦੇ ਹਾਂ ਕਿ ਹਾਂਜੀ ਉਹਨੇ ਕੱਲੀ ਕੁੜੀ ਆ, ਤੇ ਅਸੀਂ ਪਤਾ ਕਰਨਾ ਚਾਹੁੰਦੇ ਹਾਂ ਕਿ ਉਹ ਇੱਥੇ ਆ ਕੇ ਸਾਨੂੰ ਵਾਸਤੇ ਅਸੀਂ ਕਿਸ ਤਰ੍ਹਾਂ ਉਹਨਾਂ ਨੂੰ ਇੱਥੇ ਆਪਣੇ ਨਾਲ ਪੱਕਾ ਕਰ ਸਕਦੇ ਹਾਂ। ਜੀ ਤੁਹਾਡੀ ਗੱਲ ਦਾ ਸ਼ੁਕਰੀਆ। ਉਸ ਵਿੱਚ ਇਹ ਰੂਲਸ ਨੇ ਕਿਉਂਕਿ ਪਹਿਲੇ ਕਾਫੀ ਈਜ਼ੀ ਸੀ, 2012 ਤੋਂ ਪਹਿਲੇ, ਜੁਲਾਈ 12 ਤੋਂ ਪਹਿਲੇ ਰੂਲਸ ਬਹੁਤ ਈਜ਼ੀ ਨੇ ਕਿ ਕਿਸੇ ਨੇ ਪੈਰੈਂਟਸ ਅਗਰ 65 ਸਾਲ ਤੋਂ ਜ਼ਿਆਦਾ ਸਨ ਉਹ ਇੱਥੋਂ ਆ ਕੇ ਵੀ ਐਪਲੀਕੇਸ਼ਨ ਕਰ ਸਕਦੇ ਨੇ, ਉੱਥੋਂ ਈਜ਼ੀ ਸੀ। ਲੇਕਿਨ ਹੁਣ ਉਹਨੇ ਰੂਲਸ ਚੇਂਜ ਕਰ ਦਿੱਤੇ ਨੇ। ਹੁਣ ਇਹ ਕਹਿੰਦੇ ਸਿਰਫ ਉਹ ਪੈਰੈਂਟਸ ਆ ਸਕਦੇ ਨੇ ਜਿन्हें की सेहत ठीक नहीं है, उन्हें की केयर नहीं लोड़ है कि कोई आदमी उन्हें की लुक आफ्टर हर हालत च करे, वो अपनी केयर खुद नहीं कर सकते, उत्थे कोई आदमी केयर करने वाला नहीं है, तो फिर उन्हें चांसेस हैं इतने आने वास्ते। तुहाडी कॉल का शुक्रिया। वेखदे हैं नैक्सट कॉलर कौन है जी। हेलो सर, सत श्री अकाल जी। सत श्री अकाल। हाँ जी सर, मैं तुहानू गल करनी सी कि मैं 2004 में शादी करा के आई थी। ठीक है। हाँ जी, तो उन्होंने ना मैंने 3 महीने बाद डिवोर्स देके इंडिया भेज दिता सी। ठीक है। ते हाँ जी, फिर मैं मेरा वीजा हैगा सी 2 साल दा, तो मैं वापस आ गई सी। ठीक है। ते हाँ जी, फिर मैं आके काम किया ते अपना 2 साल दे विच मैं केस लाया सी वकील नू। अच्छा। ते उन्हें ना मेरा केस और विच होम ऑफिस च भेजिया नहीं, ते मेरे को ना पेपर दे साइन करा ले। अच्छा। कहंदा लीगल एड ते मैं तेरा केस भेजदा, ते मैं काम करन लग पई सी, मेरे को वीजा सी। अच्छा। ते हाँ जी, उस तो बाद जो उन्हें मेरा केस 3 साल मैं उनको गई ते मैंने उन्होंने कहा कि मैं तेरा केस ही नहीं भेजा। अच्छा। उस तो बाद फिर मैं जो 100 साल ब्लैक सिस्टर उन्होंने को केस भेजा सी अपना, है ना। अच्छा। कि मेरा वकील ने 3 साल मेरा केस मतलब कि ओवरस्टे कर दिता, ते मेरा केस मैं अपना लाया सी, उन्होंने ओदा कसूर है। ठीक। ते फिर ब्लैक सिस्टर वाले ने मेरा केस भेजा सी 2009 च। अच्छा। ते उन्होंने रिफ्यूज करता सर। अच्छा। ते कि तुसी ओवरस्टे या ते सानू तुसी लेट क्यों दस्सिया, तुसी शादी करा के आए सी, ताना वायलेंस होया सी, धोखा होया सी, ते सानू लेट क्यों दस्सिया। ते मैं उन्होंने मेंशन भी कीता सी कि वकील ने कीता। ठीक। ਤੇ ਫਿਰ ਵੀ ਉਹਨਾਂ ਨੇ ਰਿਫਿਊਜ਼ ਕਰਤਾ। ਉਸ ਤੋਂ ਬਾਅਦ ਵੀ ਮੈਨੂੰ ਇੱਕ ਇੱਥੇ ਮਲਕੀ ਸਾਡੀ ਰਿਸ਼ਤੇਦਾਰੀ 'ਚ ਲੜਕਾ ਮਿਲ ਗਿਆ, ਮੈਂ ਸ਼ਾਦੀ ਕਰ ਲਈ, ਉਹ ਇੱਥੇ ਪੱਕੇ ਆ। ਅੱਛਾ। ਹਾਂਜੀ, ਤੇ ਹੁਣ ਕੰਮ ਵੀ ਕਰਦੇ ਆ ਫੁੱਲ ਟਾਈਮ, ਤੇ ਮੈਂ ਹੁਣ ਕਿਸ ਤਰ੍ਹਾਂ ਅਪਲਾਈ ਕਰ ਸਕਦੀ ਹਾਂ? ਜੀ ਤੁਹਾਡੀ ਕੱਲ ਦਾ ਸ਼ੁਕਰੀਆ। ਤੁਹਾਡੇ ਨਾਲ ਵੈਸੇ ਕਾਫੀ ਜ਼ਿਆਦਤੀ ਹੋਈ ਸੀ, ਤਾਂ ਤੁਸੀਂ ਕਿਸੇ ਨਾਲ ਐਡਵਾਈਸ ਕਰ ਲਿਓ ਕਿ ਤੁਸੀਂ ਅਗਰ ਕੋਈ ਕੰਪਨਸੇਸ਼ਨ ਵਗੈਰਾ ਮਿਲ ਸਕੇ, ਉਹ ਤਾਂ ਅਲੱਗ ਚੀਜ਼ ਹੈ। ਤਾਂ ਹੁਣ ਅਗਰ ਤੁਸੀਂ ਕਿਸੇ ਵਜ੍ਹਾ ਨਾਲ ਅਪਲਾਈ ਨਹੀਂ ਕਰਨੇ ਹੋ, ਤਾਂ ਰੂਲਸ ਇਹ ਕਹਿੰਦੇ ਨੇ ਉਹ ਸਾਡੀ ਚੀਜ਼ ਤੁਹਾਡੇ ਖਾਤੇ 'ਚ ਪਾ ਦਿੰਦੇ। ਅਗਰ ਤੁਸੀਂ ਕਿਸੇ ਵਕੀਲ ਨੂੰ ਪੇਪਰ ਦਿੱਤੇ ਨੇ, ਉਹ ਅਗਰ ਵਿਦਿਨ ਟਾਈਮ ਐਪਲੀਕੇਸ਼ਨ ਨਹੀਂ ਕਰਨਾ, ਤੁਸੀਂ ਰਿਸਪਾਂਸਿਬਲ ਹੋ, ਤੁਹਾਨੂੰ ਮੰਨਣ, ਤੇ ਜਿਹੜਾ ਕਿ ਹੋਣਾ ਨਹੀਂ ਚਾਹੀਦਾ ਸੀ ਤੁਹਾਡੇ ਕੇਸ ਵਿੱਚ। ਬਹਰਹਾਲ ਹੁਣ ਅਗਰ ਤੁਸੀਂ ਕਿਸੇ ਬ੍ਰਿਟਿਸ਼ ਨੈਸ਼ਨਲ ਨਾਲ ਵਿਆਹ ਹੋਇਆ ਤੇ ਇਕੱਠੇ ਰਹਿ ਰਹੇ ਹੋ, ਤੁਸੀਂ ਹਿਊਮਨ ਰਾਈਟਸ ਦੀ ਬੇਸ ਤੇ ਐਪਲੀਕੇਸ਼ਨ ਕਰ ਸਕਦੇ ਹੋ। ਦੂਸਰੀ ਗੱਲ ਹੈ, ਅਗਰ ਤੁਸੀਂ 2004 ਤੋਂ ਆਏ ਹੋ, ਇਸ ਮਤਲਬ ਹੈ 10 ਸਾਲ ਹੋ ਗਏ, ਜਿਹੜਾ ਕਾਫੀ ਲੰਬਾ ਅਰਸਾ ਹੋ ਗਿਆ, ਤੇ ਚਾਂਸਸ ਨੇ ਕਿ ਤੁਹਾਨੂੰ ਹੋਮ ਆਫਿਸ ਵਾਲੇ ਹਿਊਮਨ ਰਾਈਟਸ ਦਾ ਕੇਸ ਕੰਸੀਡਰ ਕਰਕੇ ਪਰਮਿਸ਼ਨ ਦੇ ਦੇਣ, ਤੇ ਜਿੰਨਾ ਜਲਦੀ ਹੋ ਸਕੇ ਇਸ ਬੇਸ ਤੇ ਐਪਲੀਕੇਸ਼ਨ ਕਰ ਦਿਓ। ਤੁਹਾਡੀ ਕਾਲ ਦਾ ਸ਼ੁਕਰੀਆ। ਵੇਖਦੇ ਹਾਂ ਨੈਕਸਟ ਕਾਲਰ ਕੌਣ ਨੇ ਜੀ। ਹੈਲੋ। ਹੈਲੋ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਜੀ ਮੈਂ ਪੁੱਛਣਾ ਸੀਗਾ ਕਿ ਮੇਰੇ ਹਸਬੈਂਡ ਨੂੰ ਜਿੱਦਾਂ ਇਲੈਕਟ੍ਰਿਕ ਕੇਸ ਤੇ ਮਿਲੀ ਸੀ ਇੰਡੈਫੀਨਿਟ, ਤੇ 1 ਸਾਲ ਹੋ ਗਿਆ, ਉਹ ਕਾਰਡ ਵੀ ਇੰਡੈਫੀਨਿਟ ਦਾ ਮਿਲ ਗਿਆ ਸੀਗਾ, ਤੇ ਹੁਣ ਉਹਨਾਂ ਨੇ ਮੇਰਾ ਤੇ ਮੇਰੀ ਬੇਟੀ ਦਾ ਅਪਲਾਈ ਕਰਨਾ ਸੀਗਾ। ਤਾਂ ਕੀ ਅਪਲਾਈ ਕਰਨਾ ਹੈ? ਨੈਸ਼ਨੈਲਿਟੀ ਵਾਸਤੇ? ਹਾਂਜੀ, ਸਪਾਊਸ ਵੀਜ਼ੇ ਲਈ। ਅੱਛਾ, ਫਿਰ? ਹਾਂਜੀ, ਤਾਂ ਫਿਰ ਅਪਲਾਈ ਕਰ ਸਕਦੇ ਆ ਕੋਰਟ ਮੈਰਿਜ ਕਰਕੇ ਜਾਂ ਹੋਰ ਕੋਈ। ਤਾਂ ਹਸਬੈਂਡ ਤੁਹਾਡੇ ਕਿੱਥੇ ਨੇ? ਇੱਥੇ ਨੇ? ਹਾਂਜੀ ਹਾਂਜੀ, ਇੱਥੇ ਨੇ। ਉਹਨਾਂ ਦਾ ਲੀਗਲ ਸਟੇਟਸ ਕੀ ਹੈ? ਹਾਂਜੀ, ਉਹਨਾਂ ਦਾ ਉੱਥੇ ਲੀਗਲ ਨੇ, ਕੱਚੇ ਨੇ, ਪੱਕੇ ਨੇ, ਕਿਹਨੇ? ਕੌਣ? ਤੁਹਾਡੇ ਹਸਬੈਂਡ? ਹਾਂਜੀ, ਉਹ ਉਹਨਾਂ ਨੂੰ ਇੰਡੈਫੀਨਿਟ ਮਿਲੀ ਨਾ। ਤੁਹਾਡੇ ਕੋਲ ਇਸ ਲਈ ਕਿਹੜਾ ਸਟੇ ਹੈ? ਹਾਂਜੀ, ਮੇਰੇ ਕੋਲ ਤਾਂ ਕੁਝ ਨਹੀਂ ਹੈਗਾ, ਮੈਂ ਤਾਂ ਬੱਚੀ ਹੋਈ ਹੈ ਸਿਰਫ? ਵੀਜ਼ੇ ਤੇ ਆਈ ਸੀ। ਬੱਚੀ ਹੋਈ ਹੈ? ਬੱਚੀ ਹੈ ਤੁਹਾਡੀ? ਹਾਂਜੀ ਹਾਂਜੀ, 1.5 ਸਾਲ ਦੀ ਆ।
ਠੀਕ ਹੈ ਜੀ, ਤੁਹਾਡੀ ਕਾਲ ਦਾ ਸ਼ੁਕਰੀਆ। ਅਗਰ ਤੁਹਾਡੀ ਬੱਚੀ ਇੱਥੇ ਪੈਦਾ ਹੋਈ ਹੈ ਤਾਂ ਉਸਦੇ ਹਸਬੈਂਡ ਕੋਲ ਬ੍ਰਿਟਿਸ਼ ਨੈਸ਼ਨੈਲਿਟੀ ਜਾਂ ਇੰਡੀਫਿਨਿਟ ਸਟੇ ਹੈ ਤੇ ਤੁਸੀਂ ਬ੍ਰਿਟਿਸ਼ ਜਿਹੜਾ ਬੱਚੀ ਨਾਲ ਪਹਿਲੇ ਬ੍ਰਿਟਿਸ਼ ਨੈਸ਼ਨੈਲਿਟੀ ਅਪਲਾਈ ਕਰੋ ਜਾਂ ਪਾਸਪੋਰਟ ਅਪਲਾਈ ਕਰੋ। ਉਹ ਜਦੋਂ ਹੋ ਜਾਏ ਤੇ ਫਿਰ ਤੁਸੀਂ ਬੱਚੇ ਦੀ ਬੇਸ ਤੇ ਐਪਲੀਕੇਸ਼ਨ ਲਾ ਸਕਦੇ ਹੋ। ਤੁਹਾਡੀ ਕਾਲ ਦਾ ਸ਼ੁਕਰੀਆ। ਇਸੇ ਦੇ ਨਾਲ ਜਿਹੜਾ ਸਾਡਾ ਅੱਜ ਦਾ ਪ੍ਰੋਗਰਾਮ ਹੈ ਇਸ ਦਾ ਹੁਣ ਟਾਈਮ ਖਤਮ ਹੋ ਰਿਹਾ ਕਿਉਂਕਿ ਜਿੰਨੀ ਵੀ ਕਾਲ ਲੈ ਸਕਣਾ ਇਤਨੀ ਲਈਆਂ, ਲੇਕਿਨ ਫਿਰ ਵੀ ਕੀ ਕਰੀਏ ਜਿਹੜਾ ਟਾਈਮ ਹੈ ਹੁਣ ਖਤਮ ਹੋ ਜਾਣਾ। ਤਾਂ ਅਗਰ ਤੁਹਾਡੀ ਕਾਲ ਕਿਸੇ ਵਜ੍ਹਾ ਨਾਲ ਨਾ ਮਿਲ ਸਕੀ ਹੈ ਤਾਂ ਤੁਸੀਂ ਫਿਰ ਵਰੀ ਨਾ ਕਰੋ। ਅਗਲੇ